ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਦੇਸੀ ਰੰਗ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ ਦੋਸਤੋ। ਵੀਰਵਾਰ ਦਾ ਪ੍ਰੋਗਰਾਮ ਤੇ ਵੀਰਵਾਰ ਨੂੰ ਗੱਲਬਾਤ ਕਰਦੇ ਨੇ ਵਿਨੀਪੈਗ ਸ਼ਹਿਰ ਦੇ ਵਿੱਚ ਹਰਪ੍ਰੀਤ ਜਵੰਦਾ ਸਾਹਿਬ ਦੇ ਨਾਲ। ਸੋ ਉਹਨਾਂ ਦੀ ਲਿਖਤ ਜਿਹੜੀ ਕਿ ਇੱਕ ਸੱਚੀ ਕਹਾਣੀ ਕਿਸੇ ਦੀ ਹੁੰਦੀ ਹੈ ਜੀ, ਹੱਡ ਬੀਤੀ ਹੁੰਦੀ ਹੈ ਕਿਸੇ ਇਨਸਾਨ ਦੀ। ਸੋ ਉਸ ਤੇ ਗੱਲਬਾਤ ਕਰਦੇ ਨੇ ਪਹਿਲੇ ਭਾਗ ਦੇ ਵਿੱਚ, ਤੇ ਦੂਸਰੇ ਭਾਗ ਦੇ ਵਿੱਚ ਵਿਨੀਪੈਗ ਸ਼ਹਿਰ ਦੀ ਗੱਲਬਾਤ ਕਰਾਂਗੇ, ਥੋੜੀ ਜੀ ਪੰਜਾਬ ਦੀ ਗੱਲਬਾਤ ਵੀ ਕਰਾਂਗੇ। ਸੋ ਵਿਨੀਪੈਗ ਵਾਲੇ ਨੇ ਵੀ ਕਹਿੰਦੇ ਸਟੋਰਮ ਆ ਗਿਆ ਵਿਨੀਪੈਗ ਦੇ ਵਿੱਚ, ਤੇ ਕਹਿੰਦੇ ਫੱਟੇ ਚੱਕ ਤੇ ਗਰੋਸਰੀ ਦੇ ਦੁੱਧ ਦੀ। ਸੋ ਉਹ ਗੱਲਾਂ ਬਾਤਾਂ ਵੀ ਕਰਾਂਗੇ ਵਿਨੀਪੈਗ ਸ਼ਹਿਰ ਦੀਆਂ। ਸੋ ਕਾਫੀ ਆਪਣੇ ਪੰਜਾਬੀਆਂ ਦੀ ਵਸੋਂ ਵਿਨੀਪੈਗ ਸ਼ਹਿਰ ਦੇ ਵਿੱਚ ਹੈਗੀ ਆ, ਤੇ ਉਹ ਸਾਰੀਆਂ ਗੱਲਾਂ ਬਾਤਾਂ, ਵੈਦਰ ਚੇਂਜ ਹੋ ਰਿਹਾ ਹੈ ਉਹਦੀਆਂ ਗੱਲਾਂ ਬਾਤਾਂ ਕਰਾਂਗੇ। ਤੇ ਜਿਹੜੀ ਅੱਜ ਦੀ ਕਹਾਣੀ ਆ, ਅੱਜ ਦੀ ਜਿਹੜੀ ਵਾਰਤਾਲਾਪ ਹੈਗੀ ਆ, ਸੋ ਬਹੁਤ ਵਧੀਆ ਸਿੱਖਿਆ ਹੈ ਨਾ, ਕਿ ਇਨਸਾਨ, ਕਈ ਵਾਰ ਮੈਂ ਹਮੇਸ਼ਾ ਇਹ ਗੱਲ ਕਰਦਾ ਨਾ ਕਿ ਇੱਥੇ ਬੈਠ ਕੇ ਇਹ ਨਹੀਂ ਕਿ ਅਸੀਂ ਚੰਗੇ ਆ ਬਹੁਤ, ਮੈਂ ਉਹ ਫਿਰ ਵੀ ਗੱਲਬਾਤ ਕਰ ਰਹੀ ਹੋਣੀ ਹੈ ਨਾ। ਕਈ ਵਾਰ ਜਿਹੜਾ ਇੱਥੇ ਜਦੋਂ ਸਾਹਮਣੇ ਟੀਵੀ ਤੇ ਬੈਠੀ ਦੇ ਨਾ, ਹਮੇਸ਼ਾ ਵਧੀਆ ਗੱਲ ਕਰਨੀ ਪੈਂਦੀ ਆ ਹੈ ਨਾ, ਪਰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਐਕਚੁਅਲ ਦੇ ਵਿੱਚ ਵੀ ਕੁਛ ਚੰਗਾ ਹੀ ਕਰ ਸਕੀਏ। ਇਨਸਾਨ ਆ, ਗਲਤੀਆਂ ਦਾ ਪੁਤਲਾ ਹੁੰਦਾ ਹੈ, ਗਲਤੀਆਂ ਹੋ ਜਾਂਦੀਆਂ। ਸੋ ਅੱਜ ਜਿਹੜੀ ਕਹਾਣੀ ਹੈ ਨਾ, ਉਹ ਇਸ ਤਰ੍ਹਾਂ ਦੀ ਕੋਈ ਕਹਾਣੀ ਆ। ਸੋ ਕਿਸੇ ਦੀ ਇੱਕ ਗਲਤੀ, ਉਹਨੂੰ ਸਜ਼ਾ ਦੇਣੀ, ਕਿਸ ਤਰ੍ਹਾਂ ਸਜ਼ਾ ਦੇਣੀ ਕਿ ਚੰਗਾ ਇਨਸਾਨ ਬਣਾਉਣਾ ਉਸ ਨੂੰ, ਜਾਂ ਲੋਕਾਂ ਦੇ ਸਾਹਮਣੇ ਉਹਨੂੰ ਇਸ ਤਰ੍ਹਾਂ ਨੰਗਾ ਕਰਨਾ ਹੈ ਕਿ ਉਸ ਤੋਂ ਬਾਅਦ ਉਹ ਬਹੁਤ ਹੀ ਮਾੜੇ ਰਸਤੇ ਤੇ ਵੀ ਚੱਲ ਸਕਦਾ ਹੈ। ਜਾਂ ਤਾਂ ਬਹੁਤ ਮਾੜੇ ਰਸਤੇ ਤੇ ਚੱਲੂਗਾ, ਜਾਂ ਫਿਰ ਇੰਨਾ ਕੁ ਸੁਧਰ ਜੂਗਾ, ਤੇ ਕਈ ਵਾਰ ਤਾਂ ਬਹੁਤ ਵੱਡੇ ਨੁਕਸਾਨ ਵੀ ਹੋ ਜਾਂਦੇ ਆ। ਬੰਦਾ ਆਤਮ ਹੱਤਿਆ, ਸੁਸਾਈਡ ਵੀ ਕਰ ਸਕਦਾ ਹੈ। ਸੋ ਬਹੁਤ ਹੀ ਸੋਹਣੀ ਕਹਾਣੀ ਅੱਜ ਦੀ ਜਿਹੜੀ ਹੈਗੀ ਹੈ ਜੀ, ਵਾਰਤਾਲਾਪ ਹੈਗੀ ਆ, ਸੱਚੀ ਕਹਾਣੀ ਉਸ ਇਨਸਾਨ ਦੀ ਜਿਹੜੀ ਹਰਪ੍ਰੀਤ ਜਵੰਦਾ ਸਾਹਿਬ ਨੇ ਆਪਣੀ ਕਲਮਬੰਦ ਕੀਤੀ ਆ, ਉਹ ਅੱਜ ਤੁਹਾਡੇ ਨਾਲ ਸਾਂਝ ਪਾਵਾਂਗੇ। ਸਭ ਤੋਂ ਪਹਿਲਾਂ ਰਸਮ ਮੁਤਾਬਕ ਜੀ ਆਇਆਂ ਨੂੰ ਆਖਦੇ ਆ ਹਰਪ੍ਰੀਤ ਜਵੰਦਾ ਸਾਹਿਬ ਦਾ। ਜਵੰਦਾ ਸਾਹਿਬ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਜੁਦੇ ਵਾਸਤੇ ਰਹੋ। ਤੇ ਜਿਹੜੇ ਨਾਲ ਜੁੜ ਕੇ ਨੇ ਮੇਰੇ ਭੈਣ ਭਾਈ, ਉਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸੋ ਕਹਾਣੀ ਦੀ ਵੀ ਸ਼ੁਰੂਆਤ ਕਰਾਂਗੇ ਦੋਸਤੋ। ਮੈਂ ਕਹੂੰਗਾ ਵਾਰਤਾਲਾਪ ਦੀ ਵੀ ਗੱਲਬਾਤ ਕਰਾਂਗੇ। ਤੁਹਾਡੇ ਕੋਲੇ ਵੀ ਕੋਈ ਤੁਹਾਨੂੰ ਲੱਗਦਾ ਕਿ ਇਸ ਜਿਹੜੀ ਆਹ ਮੇਰੀ ਹੱਡ ਬੀਤੀ ਹੈ, ਇਹਦੇ ਨਾਲ ਮੈਂ ਬੜਾ ਕੁਝ ਸਿੱਖਿਆ, ਤੁਸੀਂ ਵੀ ਸਾਂਝ ਪਾਉਣੀ ਚਾਹੁੰਦੇ ਹੋ, ਜਾਂ ਤੁਹਾਨੂੰ ਲੱਗਦਾ ਵਿਨੀਪੈਗ ਦੇ ਵਿੱਚ ਤੁਸੀਂ ਕੋਈ ਰੀਅਲ ਅਸਟੇਟ ਦੇ ਨਾਲ ਸੰਬੰਧਿਤ ਕੋਈ ਤੁਹਾਨੂੰ ਜ਼ਰੂਰਤ ਆ, ਤੇ ਸਕਰੀਨ ਤੇ ਹਰਪ੍ਰੀਤ ਜਵੰਦਾ ਸਾਹਿਬ ਦਾ ਨੰਬਰ ਹੈਗਾ ਜੀ, ਤੇ ਤੁਸੀਂ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ। ਜਵੰਦਾ ਸਾਹਿਬ ਕਰੀਏ ਜੀ ਸ਼ੁਰੂਆਤ। ਸੋ ਇਨਸਾਨ ਬਣਾਉਣਾ ਕਿਸੇ ਨੂੰ ਗਲਤੀ ਤੋਂ, ਜਾਂ ਫਿਰ ਸ਼ੈਤਾਨ, ਜਾਂ ਕਈ ਵਾਰੀ ਬੜਾ ਉਹਨੂੰ ਕ੍ਰਿਮੀਨਲ ਬਣਾ ਦਿੰਦੇ ਆ ਅਸੀਂ। ਅੱਜ ਕੱਲ ਵੀਡੀਓ ਬੜੀਆਂ ਚੱਲ ਰਹੀਆਂ ਪੰਜਾਬ ਦੇ ਵਿੱਚ, ਠੀਕ ਹੈ ਜੀ। ਸੋ ਕਰੀਏ ਜੀ ਗੱਲਬਾਤ ਉਸ ਬਾਲਕ ਦੀ, ਉਸ ਸਟੂਡੈਂਟ ਦੀ ਜੀ। ਹਾਂਜੀ ਹਾਂਜੀ। ਤੇ ਬਰਾੜ ਸਾਹਿਬ, ਤੁਸੀਂ ਹੁਣੇ ਇੱਕ ਭੂਮਿਕਾ ਬੰਨੀ ਹੈ ਕਿ ਕਈ ਵਾਰੀ ਕਿਸੇ ਦੀ ਜਿਹੜੀ ਗਲਤੀ ਹੈ, ਕਿਸੇ ਦਾ ਕੋਈ ਡਰਾਬੈਕ ਹੈ, ਕੋਈ ਮਿਸਟੇਕ ਹੈ, ਉਹਨੂੰ ਇੰਨਾ ਕੁ ਜ਼ਿਆਦਾ ਉਹਨੂੰ ਹਾਈਲਾਈਟ ਕੀਤਾ ਜਾਂਦਾ ਕਿ ਉਹ ਕਈ ਵਾਰੀ ਮਤਲਬ ਆਈਸੋਲੇਟਡ ਜਿਹਾ ਫੀਲ ਕਰਦਾ। ਕੁਝ ਪਰਸਨੈਲਿਟੀਜ਼, ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਦੂਜੇ ਦੀਆਂ ਗਲਤੀਆਂ ਤੇ ਪਰਦਾ ਪਾਉਂਦੀਆਂ ਨੇ ਜੀ, ਅੰਦਰ ਖਾਤੇ ਉਹਨਾਂ ਨੂੰ ਸਮਝਾਉਂਦੀਆਂ ਵੀ ਨੇ, ਲਾਈਕ ਟੁੰਮਣਾ ਦਿੰਦੀਆਂ ਨੇ ਕਿ ਏਦਾਂ ਨਹੀਂ ਵੀ ਆਹ ਚੀਜ਼ ਆ ਤੇਰਾ, ਠੀਕ ਹੈ ਜੀ। ਉਹਦੇ ਬੇਸ ਤੇ ਇੱਕ ਸੱਚੀ ਕਹਾਣੀ ਜਿਹੜੀ ਐਕਚੁਅਲ ਹੈਪਨਿੰਗ ਹੈ, ਇੱਕ ਅਸਲੀ ਵਾਰਤਕ ਹੈ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜੀ। ਉਹ ਇਸ ਤਰ੍ਹਾਂ ਹੈ ਜੀ ਕਿ ਸਾਰੇ ਸਕੂਲ ਵਿੱਚ ਸਿਰਫ ਉਹ ਮੁੰਡਾ ਹੀ ਘੜੀ ਬਣ ਕੇ ਆਉਂਦਾ ਸੀ। ਉਹਨਾਂ ਵੇਲੇ ਦੀ ਗੱਲ ਹੈ ਜਦੋਂ ਘੜੀਆਂ ਤੇ ਸੈਲਫੋਨਾਂ ਦਾ ਤੇ ਕਿਸੇ ਨੇ ਤਸੱਵਰ ਵੀ ਨਹੀਂ ਸੀ ਕੀਤਾ, ਇਮੈਜੀਨੇਸ਼ਨ ਵੀ ਨਹੀਂ ਸੀ ਕੀਤੀ ਉਹਨਾਂ ਦੀ ਜੀ। ਘੜੀ ਬੜੀ ਵੱਡੀ ਗੱਲ ਹੁੰਦੀ ਸੀ, ਮੁੜ ਕੇ ਕੈਲਕੂਲੇਟਰ ਆਏ। ਤਾਂ ਉਹਨਾਂ ਜ਼ਮਾਨੇ ਦੀ ਗੱਲ ਹੈ ਕਿ ਸਾਰੇ ਸਕੂਲ ਵਿੱਚ ਸਿਰਫ ਉਹ ਮੁੰਡਾ ਹੀ ਘੜੀ ਬੰਨ ਕੇ ਆਉਂਦਾ ਸੀ। ਅੱਧੀ ਛੁੱਟੀ ਵੇਲੇ ਉਹ ਘੜੀ ਗੁੱਟ ਤੇ ਬੰਨੀ ਘੜੀ ਲਾ ਕੇ ਬਸਤੇ ਵਿੱਚ ਪਾ ਜਾਇਆ ਕਰਦਾ ਜੀ। ਨਾਰਮਲ ਖੇਡਣ ਜਾਂਦੇ ਬੱਚੇ ਬਾਹਰ, ਬਸਤੇ ਵਿੱਚ ਪਾ ਜਾਇਆ ਕਰਦਾ। ਮੌਕਾ ਪਾ ਕੇ ਇੱਕ ਦਿਨ ਮੈਂ ਉਹ ਘੜੀ ਚੋਰੀ ਕਰ ਲਈ। ਫਿਰ ਸ਼ਸ਼ੋਪੰਜ ਵਿੱਚ ਸਾਂ ਕਿ ਹੁਣ ਲੁਕਾਵਾਂ ਕਿੱਥੇ। ਕਾਹਲੀ ਵਿੱਚ ਜਰਾਬ ਅੰਦਰ ਪਾ ਕੇ ਬੂਟ ਦੀ ਅੱਡੀ ਤੱਕ ਖਿਸਕਾ ਲਈ ਜੀ, ਠੀਕ ਹੈ ਜੀ। ਜਰਾਬ ਦੇ ਵਿੱਚੋਂ ਪਾ ਕੇ ਮੁੜ ਕੇ ਅੱਡੀ ਤੱਕ ਖਿਸਕਾ ਲਈ। ਅਗਲਾ ਪੀਰੀਅਡ ਮਾਸਟਰ ਸਵਰਨ ਸਿੰਘ ਜੀ ਦਾ ਸੀ ਜੀ। ਤੁਹਾਨੂੰ ਪਤਾ ਕਈ ਕਰੈਕਟਰ ਹੁੰਦੇ ਸੀ ਜਿਹੜੇ ਬੜੇ ਸਖਤ ਹੁੰਦੇ ਸੀ, ਔਰ ਠੀਕ ਹੈ ਜੀ।
ਆਮ ਤੋਂ ਹੀ ਬੰਦਾ ਡਰ ਜਾਂਦਾ ਸੀ, ਅੱਧਾ ਮੁੱਕ ਜਾਇਆ ਕਰਦਾ ਸੀ। ਜੀ। ਉਹ ਕਰੈਕਟਰ ਲਾ ਲਓ ਕਿ ਇੱਕ ਮਾਸਟਰ ਸਵਰਨ ਸਿੰਘ ਦਾ ਪੀਰੀਅਡ ਸੀ ਅਗਲਾ। ਹੂੰ। ਹਰ ਪਾਸੇ ਦੁਹਾਈ ਮੱਚੀ ਹੋਈ ਸੀ ਘੜੀ ਕਰਕੇ। ਹਾਂ। ਉਸਨੇ ਆਉਂਦਿਆਂ ਹੀ ਸਾਰੇ ਲਾਈਨ 'ਚ ਖੜੇ ਕਰ ਲਏ ਜੀ। ਪਹਿਲਾਂ ਪਿਆਰ ਨਾਲ ਪੁੱਛਿਆ, ਸਾਰੇ ਨਾ ਕਰਕੇ, ਫਿਰ ਸਾਰਿਆਂ ਦੀਆਂ ਅੱਖਾਂ ਬੰਦ ਕਰਵਾ ਕੇ ਕੰਧ ਵੱਲ ਨੂੰ ਮੂੰਹ ਕਰਵਾ ਲਿਆ। ਜੀ। ਆਖਿਆ ਅੱਖਾਂ ਬੰਦ ਕਰ ਲਓ ਤੇ ਕੰਧ ਵੱਲ ਨੂੰ ਮੂੰਹ ਕਰ ਲਓ। ਜੀ। ਫਿਰ ਆਖਿਆ ਕੰਨਾਂ ਵਿੱਚ ਉਂਗਲਾਂ ਵੀ ਦੇ ਲਓ। ਆਵਾਜ਼ ਨਾ ਸੁਣੇ ਬਾਹਰ ਕਿਸੇ ਦੀ, ਆਵਾਜ਼ ਨਾ ਸੁਣੇ, ਠੀਕ ਹੈ ਜੀ। ਜੀ। ਨਾਲ ਹੀ ਗਰਜਿਆ, ਜਿਸਨੇ ਵੀ ਅੱਖਾਂ ਖੋਲੀਆਂ ਜੁੱਤੀ ਫਿਰੂ ਤੇ ਨਾਲ ਨਾਲ ਸਕੂਲੋਂ ਵੀ ਕੱਢਿਆ ਜਾਓ। ਜੀ। ਫਿਰ ਕੱਲੇ ਕੱਲੇ ਦੀ ਆਪ ਤਲਾਸ਼ੀ ਲੈਣੀ ਸ਼ੁਰੂ ਕੀਤੀ। ਜੀ। ਜਦੋਂ ਮੇਰੀ ਵਾਰੀ ਆਈ ਤੇ ਮੁੜਕੋ ਮੁੜਕੀ ਹੋਈ ਦੇ ਹੱਥ ਪੈਰ, ਮੁੜਕੋ ਮੁੜਕੀ ਹੋਏ ਦੇ ਹੱਥ ਪੈਰ ਕੰਬੀ ਜਾਣ। ਜੀ। ਤੁਹਾਨੂੰ ਪਤਾ ਚੋਰ ਤੇ ਚੋਰ ਦੀ ਦਾੜੀ ਦੇ ਵਿੱਚ ਕਿਣਕਾ ਹੈ। ਜੀ। ਮੁੜਕੋ ਮੁੜਕੀ ਹੋਈ ਦੇ ਹੱਥ ਪੈਰ ਕੰਬੀ ਜਾਣ। ਉਸਨੇ ਹੌਲੀ ਜਿਹੀ ਜਰਾਬ ਦੇ ਅੰਦਰੋਂ ਘੜੀ ਕੱਢ ਲਈ। ਅਗਲੀ ਚੀਜ਼ ਦੇਖੋ, ਪਰ ਪਤਾ ਨਹੀਂ ਕਿਉਂ ਫਿਰ ਵੀ ਬਾਕੀ ਰਹਿ ਗਿਆ ਦੀ ਤਲਾਸ਼ੀ ਲੈਣੀ ਬੰਦ ਨਹੀਂ ਕੀਤੀ। ਜੀ। ਜਿਸ ਦੀ ਗਵਾਚੀ ਸੀ ਉਹ ਘੜੀ ਵਾਪਸ ਲੈ ਕੇ ਬੜਾ ਹੀ ਜ਼ਿਆਦਾ ਖੁਸ਼। ਪਰ ਕਿਸੇ ਨੂੰ ਵੀ ਕੰਨੋਂ ਕੰਨ ਖਬਰ ਨਹੀਂ ਸੀ ਹੋਈ ਕਿ ਅਸਲ ਚੋਰ ਹੈ ਕੌਣ। ਜੀ। ਛੁੱਟੀ ਮਗਰੋਂ ਉਸਨੇ ਮੈਨੂੰ ਆਪਣੇ ਕੋਲ ਸੱਦ ਲਿਆ। ਜੀ। ਮਾਸਟਰ ਸਵਰਨ ਸਿੰਘ ਨੇ ਕੋਲ ਸੱਦ ਲਿਆ। ਆਖਣ ਲੱਗੇ, ਪੁੱਤਰਾ ਮੁੜ ਕੇ ਇੰਜ ਨਾ ਕਰੀ। ਜੀ। ਤੇਰੇ ਪਿਓ ਨੂੰ ਪਤਾ ਲੱਗਾ ਤਾਂ ਉਹ ਸ਼ਰਮ ਨਾਲ ਉਹਦੀ ਹੀ ਮਰ ਮੁੱਕ ਜਾਊ। ਕਿੰਨੇ ਵਰਿਆਂ ਬਾਅਦ ਮੈਂ ਫੂਡ ਐਂਡ ਸਪਲਾਈ ਮਹਿਕਮੇ ਵਿੱਚ ਅਫਸਰ ਲੱਗ ਗਿਆ। ਜੀ। ਕਈ ਉਤਰਾ ਚੜਾਅ ਹੁੰਦੇ ਜੀ, ਕਈ ਵਾਰੀ ਪੜ੍ਹਨ ਦੀ ਚੇਟਕ ਲੱਗ ਜਾਂਦੀ, ਫਿਰ ਬੰਦਾ ਰਾਈਟ ਟਰੈਕ ਤੇ ਪੈ ਜਾਂਦਾ। ਸੋ ਕਿੰਨੇ ਵਰਿਆਂ ਬਾਅਦ ਮੈਂ ਫੂਡ ਸਪਲਾਈ ਮਹਿਕਮੇ ਵਿੱਚ ਅਫਸਰ ਲੱਗ ਗਿਆ। ਹਰ ਪਾਸੇ ਕਰਪਸ਼ਨ ਅਤੇ ਹੇਰਾਫੇਰੀ ਦਾ ਬੋਲਬਾਲਾ। ਜੀ। ਪਰ ਜਦੋਂ ਕਦੇ ਵੀ ਕੋਈ ਐਸੀ ਕਮਾਈ ਲਾਗੇ ਆਉਣ ਲੱਗਦੀ ਤਾਂ ਮਾਸਟਰ ਸਵਰਨ ਸਿੰਘ ਦਿਸ ਪਿਆ ਕਰਦਾ। ਮਾਸਟਰ ਸਵਰਨ ਸਿੰਘ ਤੇ ਉਸਦੀ ਆਖੀ ਗੱਲ ਦਿਸ ਪਿਆ ਕਰਦੀ, ਸੁਣਦਾ ਆਇਆ ਕਰਦੀ। ਅੱਜ ਉਸਦੇ ਸੰਸਕਾਰ ਤੇ ਗਿਆ। ਮੈਂ ਰੋਈ ਜਾ ਰਿਹਾ ਸੀ ਤੇ ਮੜੀ ਤੇ ਪਿਆ ਵੀ ਖੁਸ਼ ਸੀ। ਜੀ। ਠੀਕ ਉਸੇ ਤਰ੍ਹਾਂ ਜਿੱਦਾਂ ਕਿੰਨੇ ਵਰੇ ਪਹਿਲਾਂ ਉਹ ਬਾਣੀਆਂ ਦੇ ਮੁੰਡੇ ਦੀ ਘੜੀ ਮੋੜ ਕੇ ਹੋਇਆ ਸੀ। ਠੀਕ ਹੈ ਜੀ। 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 ਰਜੀਆਂ ਰੂਹਾਂ, ਸੰਤੁਸ਼ਟ ਰੂਹਾਂ, ਵੱਡੀ ਸੋਚ, ਦੂਜਿਆਂ ਦੇ ਪਰਦੇ ਕੱਜਣ ਵਾਲੇ ਸ਼ਾਇਦ ਹਮੇਸ਼ਾ ਹੀ ਖੁਸ਼ ਰਹਿੰਦੇ ਨੇ, ਭਾਵੇਂ ਮੜੀ ਤੇ ਵੀ ਕਿਉਂ ਨਾ ਪਏ ਰਹਿਣ, ਮੜੀ ਤੇ ਵੀ ਕਿਉਂ ਨਾ ਪਏ ਹੋਣ। ਦੂਜਾ ਇੱਕ ਵਾਰਤਕ ਹੈ ਇਹਦੇ ਨਾਲ ਰਿਲੇਟਡ। ਜੀ। ਮਾਮੇ ਦੀ ਨਿੱਕੀ ਨੂੰ ਕਿੰਨੇ ਵਰੇ ਪਹਿਲਾਂ ਵੱਡੇ ਪੁੱਤ ਦੇ ਵਿਆਹ ਤੇ ਆਈ। ਨਵਾਂ ਸਵਾਇਆ ਸੂਟ, ਸਣੇ ਝੋਲਾ ਬੱਸ ਵਿੱਚ ਹੀ ਕਿਧਰੇ ਭੁੱਲ ਆਈ। ਜੀ। ਹਮੇਸ਼ਾ ਹੱਸਦੀ ਰਹਿੰਦੀ, ਪਰ ਉਸ ਦਿਨ ਉਹ ਅੰਦਰੋਂ ਬਾਹਰੋਂ ਰੋਈ ਜਾਵੇ। ਆਖੇ ਹੁਣ ਬਰਾਤੇ ਕੀ ਪਾ ਕੇ ਜਾਵਾਂਗੀ। ਜੀ। ਉਸੇ ਵੇਲੇ ਅੰਦਰ ਪਿਆ ਆਪਣਾ ਵਧੀਆ ਸੂਟ ਕੱਢਿਆ ਤੇ ਉਸਨੂੰ ਪਵਾ ਦਿੱਤਾ। ਉਸਦਾ ਰੰਗ ਵੀ ਕਿੰਨਾ ਸਾਫ਼ ਸੀ, ਫਿਰੋਜ਼ੀ ਰੰਗ ਦਾ ਸੂਟ, ਏਦਾਂ ਫੱਬੇ ਜਿੱਦਾਂ ਸਵਾਇਆ ਹੀ ਉਸ ਵਾਸਤੇ ਹੋਇਆ ਹੋਵੇ। ਜੀ। ਲੋਕ ਤਾਰੀਫਾਂ ਦੇ ਪੁਲ ਬੰਨੀ ਜਾਣ, ਉੱਤੋਂ ਜੋਣ ਜੋਗੀ ਗਿੱਧਾ ਬੋਲੀਆਂ ਬੜੀਆਂ ਸੋਹਣੀਆਂ ਪਾਇਆ ਕਰਦੀ। ਬਸ ਧੰਨ ਹੀ ਕਰਵਾ ਦਿੱਤੀ। ਜਿੱਥੇ ਤਾਰੀਫ ਹੁੰਦੀ ਉੱਥੇ ਸਾੜਾ ਵੀ ਹੁੰਦਾ ਬਰਾੜ ਸਾਹਿਬ। ਜੀ। ਜੀ। ਕਈ ਸਾੜੇ ਦੀਆਂ ਮਾਰੀਆਂ ਆਖੀ ਜਾਣ, ਇਸ ਕੋਲੋਂ ਮੁੜਕੇ ਦੀ ਬੜੀ ਮੁਸ਼ਕ ਆਉਂਦੀ ਹੈ। ਅੱਜ ਇੰਨੇ ਵਰਿਆਂ ਬਾਅਦ ਜਦੋਂ ਵੀ ਮਿਲਦੀ ਹੈ ਉਸ ਫਿਰੋਜ਼ੀ ਰੰਗ ਦੇ ਸੂਟ ਦਾ ਜ਼ਿਕਰ ਜ਼ਰੂਰ ਕਰਦੀ ਹੈ। ਨਾਲੇ ਆਖਦੀ ਹੈ, ਬੀਬੀ ਤੂੰ ਮੇਰਾ ਝੱਟ ਲੰਘਾਇਆ ਸੀ, ਰੱਬ ਤੈਨੂੰ ਸਾਰੀਆਂ ਖੁਸ਼ੀਆਂ ਦੇਵੇ। ਦੋਸਤੋ, ਕਈਆਂ ਦੇ ਮੂੰਹੋਂ ਸਾਰੀ ਉਮਰ ਦੂਜਿਆਂ ਲਈ ਸਿਰਫ ਦੁਆਵਾਂ ਹੀ ਨਿਕਲਦੀਆਂ ਨੇ। ਏਦਾਂ ਦਿਆਂ ਨੂੰ ਹਮੇਸ਼ਾ ਗਲ ਨਾਲ ਲਾਉਣ ਨੂੰ ਵੀ ਬੜਾ ਜੀ ਕਰਦਾ ਰਹਿੰਦਾ।
ਇਹਨਾਂ ਵਜੂਦਾਂ ਅੰਦਰੋਂ ਵਕਤਰੇ ਮੁੜ ਕੇ ਦੀਆਂ ਧਾਰਾਵਾਂ ਵਿੱਚੋਂ ਵੀ ਸਦੀਵੀ ਖੁਸ਼ਬੂਆਂ ਆਉਂਦੀਆਂ ਰਹਿੰਦੀਆਂ ਨੇ। ਉਹ ਖੁਸ਼ਬੂਆਂ ਜੀ ਜਿਹੜੀਆਂ ਰੂਹ ਵੀ ਠਾਰਦੀਆਂ ਨੇ ਤੇ ਪੂਰੀ ਕਾਇਨਾਤ ਦੀ। ਜੀ ਸੋ ਬਰਾੜ ਸਾਹਿਬ ਬਹੁਤ ਵਧੀਆ ਜੀ, ਦੋਨੋਂ ਹੀ ਬਹੁਤ ਲਾਜਵਾਬ ਜਵੰਦਾ ਸਾਹਿਬ, ਬਹੁਤ ਵਧੀਆ। ਤੇ ਦੋਸਤੋ ਮੈਂ ਕਹੂੰਗਾ ਅੱਜ ਆਪਣੇ ਕੋਲੇ ਮਿੰਟ ਹੈਗੇ ਆ 10 ਪਹਿਲੇ ਭਾਗ ਦੇ ਵਿੱਚ, ਕਿਸ ਤਰ੍ਹਾਂ ਦੀਆਂ ਦੋਨੋਂ ਤੁਹਾਨੂੰ ਇਹ ਜਿਹੜੀਆਂ ਹੱਡ ਬੀਤੀਆਂ ਲੱਗੀਆਂ। ਨੰਬਰ 905 673 9700 905 673 9700 ਦੇ ਉੱਪਰ ਗੱਲਬਾਤ ਕਰਨੀ ਆ। ਇੱਕ ਦੋ ਮੈਂ ਵੀ ਆਪਣੀਆਂ ਜ਼ਿੰਦਗੀ ਦੀਆਂ ਗੱਲਾਂ ਜਵੰਦਾ ਸਾਹਿਬ ਇੱਕ ਸ਼ੇਅਰ ਕਰੂੰਗਾ, ਦੋ ਨਹੀਂ ਇੱਕ ਤਾਂ ਮੈਂ ਨਾਲ ਇੱਕ ਸ਼ੋਅ ਹੋ ਰਿਹਾ ਜੀ ਕਵਰ ਗਰੇਵਾਲ ਦਾ, ਉਹਦੀ ਵੀ ਇਨਫੋਰਮੇਸ਼ਨ ਦੇ ਦਈਏ। ਕਵਰ ਗਰੇਵਾਲ ਸਾਹਿਬ ਦਾ ਜੀ ਟੋਰਾਂਟੋ ਦੇ ਵਿੱਚ ਜਿਹੜਾ ਸ਼ੋਅ ਹੋ ਰਿਹਾ 30 ਅਪ੍ਰੈਲ ਨੂੰ, ਬਲਜਿੰਦਰ ਬੜੈਂਕ ਸਾਹਿਬ ਲੈ ਕੇ ਆ ਰਹੇ ਆ। ਕੋਈ ਟਿਕਟਾਂ ਦੀ ਇਨਫੋਰਮੇਸ਼ਨ ਲੈਣੀ ਆ ਨੰਬਰ 4166 603 2700 ਜਾਂ ticketmaster.ca ਦੇ ਉੱਪਰ ਤੁਸੀਂ ਜਾ ਕੇ ਟਿਕਟਾਂ ਲੈ ਸਕਦੇ ਹੋ। ਜਵੰਦਾ ਸਾਹਿਬ ਬਹੁਤ ਵਧੀਆ ਜਿਹੜੀ ਮਾਸਟਰ ਜੀ ਦੀ ਗੱਲ, ਮਤਲਬ ਨਾ ਇਹ ਜਿਹੜੇ ਸੂਝਵਾਨ ਟੀਚਰ ਹੁੰਦੇ ਆ, ਅਧਿਆਪਕ ਹੁੰਦੇ ਆ ਹਨਾ। ਸੋ ਇੱਕ ਚੰਗਾ ਅਧਿਆਪਕ ਸਕੂਲ ਦੇ ਵਿੱਚ ਆ ਜੇ ਨਾ, ਤੇ ਜੇ ਉਹ ਮਤਲਬ ਵਧੀਆ ਪਲੇਅਰ ਰਿਹਾ ਹੋਇਆ ਆਪ, ਤੇ ਉਸ ਪਿੰਡ ਦੀ ਨੁਹਾਰ ਬਦਲ ਦਿੰਦਾ ਹੈ। ਕਿੰਨੇ ਹੀ ਪਲੇਅਰ ਉਸ ਪਿੰਡ ਚੋਂ ਪੈਦਾ ਹੋ ਜਾਂਦੇ ਆ। ਕੋਈ ਚੰਗਾ ਮੈਥ ਦਾ ਟੀਚਰ ਆ ਜਾਵੇ ਜੀ ਸਕੂਲ 'ਚ, ਪੁਰਾਣੀਆਂ ਆਪਾਂ ਨੂੰ ਪਤਾ ਹੈ ਜਵੰਦਾ ਸਾਹਿਬ, ਆਪਾਂ ਦੇਖਿਆ ਆਸ-ਪਾਸ, ਤੇ ਉਹ ਪਿੰਡ ਦੇ ਵਿੱਚ ਜਿਹੜਾ ਉਹ ਜਿੰਨਾ ਕੁ ਟਾਈਮ ਉਸ ਪਿੰਡ ਦੇ ਵਿੱਚ ਰਿਹਾ ਨਾ, ਤੇ ਉਸ ਟਾਈਮ ਦੇ ਜਿਹੜੇ ਉਹਨਾਂ ਤੋਂ ਪੜ੍ਹੇ ਹੋਏ ਵਿਦਿਆਰਥੀ ਆ, ਬਹੁਤ ਸਾਰੇ ਮਤਲਬ ਮੈਥ ਦੇ ਨਾਲ ਰਿਲੇਟਡ ਵੱਖਰੇ ਵੱਖਰੇ ਜਿਹੜੇ ਵੀ ਸਬਜੈਕਟ ਹੁੰਦੇ ਆ ਹਨਾ, ਸੋ ਚੇਂਜ ਹੋ ਜਾਂਦੀ ਆ। ਤੇ ਸਭ ਤੋਂ ਉੱਪਰ ਜਿਹੜੀ ਚੀਜ਼ ਹੈਗੀ ਆ ਜੀ, ਜਿਹੜੀ ਆ ਤੁਸੀਂ ਮਾਸਟਰ ਜੀ ਦੀ ਕਹਾਣੀ ਸੁਣਾਈ ਆ, ਕਿ ਜੋ ਇਸ ਤਰ੍ਹਾਂ ਦਾ ਇਨਸਾਨ ਆ ਜੇ ਜਿਹੜਾ ਬੰਦਾ ਬਣਾ ਦੇਵੇ। ਸਭ ਤੋਂ ਉੱਪਰ ਹੁੰਦਾ ਜੀ ਇਨਸਾਨ ਬਣਨਾ ਹੈਨਾ। ਤੇ ਇਨਸਾਨ ਇਦਾਂ ਦੀ ਚੀਜ਼ ਆ, ਜਦੋਂ ਵੀ ਦੇਖਦਾ ਨਾ ਕਿਤੇ ਉਹਦਾ ਦਿਮਾਗ ਜਿਹੜਾ ਸ਼ੈਤਾਨ ਇਨਸਾਨ ਦੇ ਅੰਦਰ ਬੈਠਾ ਹੈ, ਉਹ ਭੱਜਦਾ ਹੈ ਕਿ ਮੈਂ ਆਹ ਗਲਤ ਕੰਮ ਕਰ ਲਾਂ। ਪਰ ਜਦੋਂ ਚੰਗੇ ਉਸਤਾਦ ਦਾ ਚੰਡਿਆ ਹੋਇਆ ਹੋਵੇ ਨਾ, ਤੇ ਫਿਰ ਜਦੋਂ ਉਹ ਗਲਤੀ ਕਰਦਾ, ਸ਼ੈਤਾਨ ਭੱਜ ਰਿਹਾ ਉਸ ਚੀਜ਼ ਦੇ ਲਾਲਚ ਵਾਲੇ ਪਾਸੇ ਨੂੰ, ਤੇ ਫਿਰ ਉਹ ਚੰਡਿਆ ਹੋਇਆ ਜਿਹੜਾ ਉਸਤਾਦ ਆ ਉਹ ਯਾਦ ਆ ਜਾਂਦਾ ਤੇ ਬੰਦਾ ਬਚ ਜਾਂਦਾ ਹੈ ਨਾ। ਸੋ ਉਹ ਲੋਕ ਜਿਹੜੇ ਮਤਲਬ ਹੁਣ ਵੀਡੀਓ ਚੱਲ ਰਹੀਆਂ ਜੀ, ਚੰਗੀ ਗੱਲ ਆ, ਰਿਸ਼ਵਤ ਲੈਣੀ ਮਾੜੀ ਗੱਲ ਆ, ਤੇ ਚੰਗੀ ਗੱਲ ਇਹ ਆ ਕਿ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ, ਕਹਿੰਦੇ ਬਦਲਾ ਆ ਰਿਹਾ। ਪਰ ਉਸ ਦੇ ਨਾਲ ਵੀਡੀਓ ਜਦੋਂ ਦੇਖੀ ਦੀਆਂ ਨਾ ਫਲਾਣੇ ਦੀਆਂ, ਕਦੇ ਕਦੇ ਤਾਂ ਇਹ ਲੱਗਦਾ ਕਿ ਵਧੀਆ ਇਹ ਲੋਕਾਂ ਦਾ ਪਰਦਾ ਨੰਗੇ ਹੋਣੇ ਚਾਹੀਦੇ ਆ। ਪਤਾ ਨਹੀਂ ਕਿੰਨੇ ਲੋਕਾਂ ਨੂੰ ਇਹਨਾਂ ਨੇ ਲੁੱਟ ਚੁੱਕਿਆ ਹੁਣ ਤੱਕ, ਬਹੁਤ ਜ਼ਿਆਦਾ। ਪਰ ਕਦੇ ਕਦੇ ਇਹ ਲੱਗਦਾ ਹੁੰਦਾ ਕਿ ਉਹਨਾਂ ਦਾ ਪਰਿਵਾਰ ਜਾਂ ਉਹਨਾਂ ਦੇ ਰਿਸ਼ਤੇਦਾਰ, ਵੈਸੇ ਤਾਂ ਇਹ ਇੱਕ ਲੋਕਾਂ ਨੇ ਸ਼ਰਮ ਹੀ ਲਾਤੀ ਸੀਗੀ ਕਿ ਜਦੋਂ ਕੋਈ ਜੌਬ ਕਰਦਾ ਨਾ, ਉਹ ਤੋਂ ਪੁੱਛਦੇ ਆ ਕਿ ਤਨਖਾਹ ਕਿੰਨੀ ਹੈ। ਜਦੋਂ ਕੁੜੀ ਦਾ ਰਿਸ਼ਤਾ ਕਰਨ ਜਾਂਦੇ ਆ, ਉਹ ਕਹਿੰਦੇ ਜੀ ਤਨਖਾਹ ਹੈਗੀ ਆ 10,000 20,000 50,000, ਉੱਪਰੋਂ ਇੰਨੇ ਬਣਾਉਂਦਾ। ਬੜੇ ਮਾਣ ਨਾਲ ਦੱਸਦੇ ਆ। ਔਰ ਸਾਨੂੰ ਵੀ ਰਿਸ਼ਤਾ ਕਰਨ ਗਿਆ ਨੂੰ ਇਹ ਹੁੰਦਾ ਕਿ ਉੱਪਰੋਂ ਬੜੇ ਬਣਦੇ ਆ। ਸ਼ਰਮ ਨਾਂ ਦੀ ਚੀਜ਼ ਅਸੀਂ ਲਾ ਕੇ ਟੰਗ ਕੇ ਰੱਖਤੀ ਜੀ ਪਰਾਂ, ਹੈਨਾ। ਸੋ ਜਿਹੜੀਆਂ ਇਸ ਤਰ੍ਹਾਂ ਦੇ ਉਸਤਾਦ ਹੁੰਦੇ ਆ ਜਵੰਦਾ ਸਾਹਿਬ, ਸੱਚੀ ਆਨੰਦ ਆ ਜਾਂਦਾ। ਉਹ ਬੰਦਾ ਦੇਖੋ, ਪੈਸਾ ਨਾ ਜਿੰਨਾ ਮਰਜ਼ੀ ਤੁਹਾਡੇ ਕੋਲੇ ਹਰਾਮ ਦਾ ਆ ਜਾਵੇ ਹੈਨਾ, ਪਰ ਜਿਹੜਾ ਇਨਸਾਨ ਆ ਨਾ, ਜਿਹੜਾ ਅੰਦਰੋਂ ਨਾ ਰੱਜੇ, ਤੇ ਉਹ ਕਦੇ ਵੀ ਰੱਜਦਾ ਨਹੀਂਗਾ ਹੈਨਾ। ਸੋ ਬਹੁਤ ਵਧੀਆ, ਮਤਲਬ ਉਹ ਲੋਕ ਕਈ ਵਾਰ ਤੁਹਾਡਾ ਮਜ਼ਾਕ, ਉਸ ਦਾ ਮਜ਼ਾਕ ਉਡਾ ਰਹੇ ਹੁੰਦੇ ਆ, ਜਿਹੜੇ ਕਿ ਖੁਦ ਬਹੁਤ ਵੱਡੇ ਚੋਰ ਹੁੰਦੇ ਆ ਜਵੰਦਾ ਸਾਹਿਬ ਹਨਾ। ਲੋਕਾਂ ਨੂੰ ਮਤਲਬ ਲੁੱਟ ਖਸੁੱਟ ਉਹਨਾਂ ਨੇ ਸਾਰੀਆਂ ਕੀਤੀਆਂ ਹੁੰਦੀਆਂ। ਸੋ ਇਸ ਤੇ ਮੈਂ ਤੁਹਾਡੇ ਵਿਚਾਰ ਲਵਾਂਗਾ। ਤੇ ਇੱਕ ਆਪਣੀ ਜਿਹੜੀ ਮੇਰੀ ਆਪਦੀ ਹੱਡ ਬੀਤੀ ਹੈ ਜੀ, ਬਹੁਤ ਛੋਟਾ ਸੀਗਾ। ਮਾੜੀ ਦਾ ਮੇਲਾ ਸਾਡੇ ਮਸ਼ਹੂਰ ਆ ਜੀ, ਤੇ ਮਾੜੀ ਦੀਆਂ ਬੋਲੀ ਵੀ ਮਸ਼ਹੂਰ ਆ, ਇੱਕ ਮੋਟੀ ਤੇ ਇੱਕ ਪਤਲੀ। ਸਾਡੇ ਪਿੰਡ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਜਵੰਦਾ ਸਾਹਿਬ। ਤੇ ਜਦੋਂ ਛੋਟੇ ਹੁੰਦੇ ਨੇ ਮੇਲੇ ਤੇ ਜਾਣਾ ਨਾ, ਤੇ ਮੇਰਾ ਟਿਕਾਣਾ ਹੁੰਦਾ ਸੀ ਬੋਰਡ ਤੇ ਬੈਠ ਕੇ ਮੇਲੇ, ਕਬੱਡੀ ਦਾ ਟੂਰਨਾਮੈਂਟ ਦੇਖਣੇ, ਬੜਾ ਵਧੀਆ ਹੁੰਦੇ ਸੀ ਟੂਰਨਾਮੈਂਟ ਹਨਾ। ਚਲੋ ਮੈਨੂੰ ਯਾਦ ਆ, ਮੈਂ ਬਹੁਤ ਛੋਟਾ ਸੀ, ਬਹੁਤ ਘੱਟ ਸਮਝ ਸੀ, ਹੋ ਸਕਦਾ 7-8 ਸਾਲ ਦਾ ਮਸਾ ਹੀ ਹੋਊਗਾ ਜੀ, 10 ਤੋਂ ਥੱਲੇ। ਤੇ ਅਸੀਂ ਉੱਥੋਂ ਨਾ, ਮੇਰੇ ਨਾਲ ਜਿਹੜੇ ਮੇਰੇ ਮਿੱਤਰ ਗਏ ਸੀਗੇ, ਮੇਰੇ ਕਜ਼ਨ, ਤੇ ਅਸੀਂ ਉੱਥੋਂ ਟਵਾਏ ਚੱਕੇ ਜੀ, ਛੋਟੇ ਛੋਟੇ ਜਿਹੜੇ ਮੇਲਿਆਂ ਤੇ ਲਾਏ ਹੁੰਦੇ ਆ ਨਾ, ਟਵਾਏ ਚੱਕਣਾ ਤੇ ਪਿੱਛੇ ਦੀ ਗੱਲਾਂ ਕਰਨੀਆਂ ਤੇ ਚੱਕਣੇ, ਵਾਵਾ ਸਾਰੇ ਚੱਕ ਲਿਆਂਦੇ ਜੀ। ਤੇ ਮੈਂ ਹਮੇਸ਼ਾ ਆਪਣੇ ਪਿਤਾ ਜੀ ਨੂੰ, ਦਾਦਾ ਜੀ ਨੂੰ ਪਿਤਾ ਜੀ ਕਹਿੰਦੇ ਸੀ ਅਸੀਂ ਸਾਰੇ ਜੀ ਹਨਾ। ਸੋ ਜੋ ਘਰੇ ਆਏ, ਉਹਨੇ ਵੀ ਯਾਰ ਪੈਸੇ ਤਾਂ ਤੈਨੂੰ 5 ਜਾਂ 10 ਰੁਪਏ ਮਸਾਂ ਹੀ ਦਿੱਤੇ ਸੀਗੇ, ਵੀ ਇਹ ਤੂੰ ਇੰਨਾ ਕੁਛ ਚੱਕ ਵੀ ਲਿਆਂਦਾ, ਫਲਾਨਾ ਧਿਉਂਕਾ ਵੀ ਕਿੱਥੋਂ ਲਿਆਂਦਾ। ਫਿਰ ਉਹਨਾਂ ਨੂੰ ਦੱਸੀ ਸਟੋਰੀ, ਕਹਾਣੀ ਦੱਸੀ, ਤੇ ਮੈਨੂੰ ਯਾਦ ਆ ਜੀ ਉਹ ਦਿਨ, ਮੈਂ ਕਦੇ ਵੀ ਨਹੀਂ ਭੁੱਲਦਾ ਜਵੰਦਾ ਸਾਹਿਬ। ਉਹ ਫਿਰ ਮੈਨੂੰ ਕਹਿੰਦੇ ਵੀ ਜੋ ਹੋ ਗਿਆ ਸੋ ਹੋ ਗਿਆ। ਉਹ ਸਾਡੇ
ਘਰੇ ਕੰਮ ਕਰਦੇ ਸੀ ਉਹਨਾਂ ਦੇ ਜਵਾਕਾਂ ਨੂੰ ਉਹ ਦਵਾਤੇ ਸਾਰੇ ਵੀ ਆਪਾਂ ਇਹ ਰੱਖਣੇ ਨਹੀਂ ਗੇ, ਠੀਕ ਹੈ ਜੀ, ਤੇ ਅੱਗੇ ਤੋਂ ਇਹ ਗਲਤੀ ਨਹੀਂ ਕਰਨੀ, ਹੈ ਨਾ। ਸੋ ਮੈਂ ਤਾਂ ਇਹ ਗੱਲ ਤੁਹਾਨੂੰ ਸੁਣਾ ਰਿਹਾ ਜੀ, ਉਹ ਚੀਜ਼ ਹਮੇਸ਼ਾ ਜਦੋਂ ਜਿਹੜਾ ਤੁਹਾਡੇ ਅੰਦਰ ਸ਼ੈਤਾਨ ਬੈਠਾ ਨਾ, ਕਈ ਵਾਰ ਕਹਿੰਦਾ ਕਿ ਆਹ ਬੜੀ ਵਧੀਆ ਚੀਜ਼ ਹੈ, ਚੱਕ ਦੋ ਫੱਟੇ, ਤੇ ਉਹ ਫਿਰ ਦਿਨ ਯਾਦ ਆ ਜਾਂਦੇ ਆ। ਔਰ ਮੇਰੇ ਇੱਕ ਵੀ ਉਹਨਾਂ ਨੇ ਕੋਈ ਚਪੇੜ ਨਹੀਂ ਮਾਰੀ ਸੀ, ਲੇਕਿਨ ਘੂਰਿਆ ਇੰਨਾ ਜ਼ਬਰਦਸਤ ਸੀ ਨਾ, ਘੂਰਿਆ ਸੀ ਜਾਂ ਮਤਲਬ ਡਰਾਇਆ ਸੀ ਜਾਂ ਮਤਲਬ ਸਿੱਖਿਆ ਦਿੱਤੀ ਸੀ, ਮੈਂ ਜ਼ਿੰਦਗੀ 'ਚ ਕਦੇ ਵੀ ਉਹ ਭੁੱਲ ਨਹੀਂ ਸਕਦਾਗਾ, ਹੈ ਨਾ। ਹਮੇਸ਼ਾ ਉਹ ਮੇਰੇ ਯਾਦ ਆ। ਅੱਜ ਤੋਂ ਮੈਂ ਤੁਹਾਨੂੰ ਤਕਰੀਬਨ ਇਹ 35 ਸਾਲ ਪੁਰਾਣੀ ਗੱਲ ਦੱਸ ਰਿਹਾ ਜੀ, ਇਹ ਮੈਨੂੰ ਹਮੇਸ਼ਾ ਯਾਦ ਆ, ਉਹ ਵਕਤ ਯਾਦ ਆ ਮੈਨੂੰ। ਨਹੀਂ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਤੇ ਇਦਾਂ ਹਰਕਤਾਂ ਕਰਦੇ ਸੀ ਜੀ, ਔਰ ਹਰ ਬੱਚਾ ਕਰਦਾ ਹੈ, ਕਿਸੇ ਨਾ ਕਿਸੇ ਰੂਪ ਵਿੱਚ ਕਰਦਾ ਹੈ। ਇਹ ਡਿਪੈਂਡ ਅਗਲੀ ਜਿਹੜੀ ਹੈ, ਅਗਲਾ ਕਾਂਟਾ ਰੇਲ ਦਾ ਕਿੱਧਰ ਨੂੰ ਬਦਲਿਆ ਜਾਣਾ, ਉਹ ਡਿਪੈਂਡ ਕਰਦਾ ਹੈ ਜੀ ਕਿ ਘਰੋਂ ਉਸ ਚੀਜ਼ ਨੂੰ ਸਪੋਰਟ ਕਿੱਦਾਂ ਮਿਲਦੀ ਹੈ, ਉਸ ਚੀਜ਼ ਨੂੰ ਲਿਆ ਕਿੱਦਾਂ ਜਾਂਦਾ ਹੈ ਜੀ। ਤੁਸੀਂ ਕਿਹਾ ਕਿ ਘੂਰਿਆ ਮਾਰਿਆ ਨਹੀਂ, ਘੂਰਿਆ ਨਾਲੇ ਉਹ ਜਿੰਨੇ ਸੀ ਖਿਡੌਣੇ ਸੀ ਸਾਰੇ ਦਵਾਤੇ ਇੱਕ ਕੰਮ ਵਾਲੀ ਦੇ ਬੱਚੇ ਨੂੰ, ਠੀਕ ਹੈ ਜੀ। ਔਰ ਤੀਜੀ ਗੱਲ ਇਹ ਕਹੀ ਕਿ ਇਹ ਕੰਮ ਦੁਬਾਰਾ ਨਹੀਂ ਕਰਨਾ, ਠੀਕ ਹੈ ਜੀ। ਬੜੀਆਂ ਵੱਡੀਆਂ ਜੇ ਕੋਈ ਇਹ ਕਹਿੰਦਾ ਕਿ ਕੋਈ ਨਹੀਂ ਜੱਟਾਂ ਦੇ ਪੁੱਤਰ ਏਦਾਂ ਹੀ ਕਰਦੇ ਹੁੰਦੇ ਆ, ਤੇ ਸ਼ਾਇਦ ਤੁਸੀਂ ਅੱਜ ਕਿਸੇ ਹੋਰ ਪਾਸੇ ਨੂੰ ਤੁਰੇ ਹੁੰਦੇ, ਠੀਕ ਹੈ ਜੀ। ਔਰ ਜਵੰਦਾ ਸਾਹਿਬ ਹੋਰ ਚੀਜ਼, ਉਸ ਤੋਂ ਬਾਅਦ ਨਾ ਬਹੁਤ ਮੌਕੇ ਮਿਲਦੇ ਆ ਕਿ ਕੁਝ ਕਰੀਏ, ਗਲਤ ਹੋਏ ਵੀ ਹੋਣੇ ਆ, ਹਨਾ। ਇੱਥੇ ਬੈਠ ਕੇ ਮੈਂ ਫਿਰ ਕਹਿੰਦਾ ਹੁੰਦਾ ਹਮੇਸ਼ਾ ਕਿ ਇਹ ਨਹੀਂ ਹੋਏ ਵੀ ਹੋਣੇ ਆ, ਲੇਕਿਨ ਫਿਰ ਵੀ ਉੱਥੋਂ ਰੁਕੇ ਆ ਜੀ, ਕਿ ਉਹ ਟਾਈਮ ਮਤਲਬ ਯਾਦ ਆ ਜਾਂਦਾ ਹੈ ਨਾ। ਉਹ ਟਾਈਮ ਯਾਦ ਆ ਜਾਂਦਾ ਕਿ ਮਤਲਬ ਕਿ ਨਹੀਂ ਯਾਰ ਇਹ ਕੰਮ ਨਹੀਂ ਕਰਨਾਗਾ, ਹੈ ਨਾ। ਮਤਲਬ ਮਨੀ ਸਭ ਕੁਝ ਨਹੀਂ ਹੈਗੀ। ਹਾਂਜੀ, ਹੁਣ ਬਰਾੜ ਸਾਹਿਬ ਦੇਖੋ, ਜਿਹੜੀ ਵਾਰਤਕ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ, ਉਹਦਾ ਕਰੈਕਟਰ ਸਵਰਨ ਸਿੰਘ ਜਿਹੜਾ ਸੀ, ਉਹਦੇ ਕੋਲ ਦੋ ਆਪਸ਼ਨ ਸੀ, ਜਾਂ ਤੇ ਉਹ ਸਾਰਿਆਂ ਸਾਹਮਣੇ ਉਹਨੂੰ ਕੱਢ ਕੇ, ਜਿਹੜਾ ਚੋਰੀ ਜਿਸ ਕਰੈਕਟਰ ਨੇ ਚੋਰੀ ਕੀਤੀ ਉਹਨੂੰ ਕੱਢ ਕੇ ਤੇ ਜੁੱਤੀ ਫੇਰਦਾ ਕਲਾਸ ਦੇ ਸਾਹਮਣੇ ਜੀ, ਕੁੱਟਦਾ, ਬੇਇੱਜ਼ਤ ਕਰਦਾ, ਉਹਨੂੰ ਐਮਬੈਰਸ ਕਰਦਾ, ਠੀਕ ਹੈ ਜੀ। ਜਾਂ ਦੂਸਰਾ ਆਪਸ਼ਨ ਇਹ ਸੀ ਕਿ ਉਹ ਜੋ ਉਹਨੇ ਅਡਾਪਟ ਕੀਤਾ ਕਿ ਇਹਨੂੰ ਕੱਲੇ ਨੂੰ ਸਮਝਾ ਦਿੰਦੇ ਆ ਜੀ, ਠੀਕ ਹੈ। ਕਿਉਂਕਿ ਜੇ ਉਹ ਪਹਿਲੀ ਆਪਸ਼ਨ ਯੂਜ਼ ਕਰਦਾ, ਕੁੱਟਮਾਰ ਕਰਦਾ, ਉਹਨੂੰ ਬੇਇੱਜ਼ਤ ਕਰਦਾ, ਗੱਲ ਜਿਹੜੀ ਘਰੇ ਤੱਕ ਵੀ ਪਹੁੰਚਣੀ ਸੀ। ਤੇ ਜਿਸ ਬਾਪ ਦਾ ਰੈਫਰੈਂਸ ਦੇ ਕੇ ਉਹਨੇ ਤਰਲਾ ਮਾਰਿਆ ਵੀ ਤੇਰੇ ਬਾਪ ਨੇ ਤੇ ਉੱਥੇ ਹੀ ਬਚਣਾ ਜੇ ਇਹਨੂੰ ਪਤਾ ਲੱਗ ਜੇ ਤੇ ਜੀ, ਤਾਂ ਉਹਨੂੰ ਵੀ ਪਤਾ ਲੱਗ ਜਾਂਦਾ। ਤੇ ਉਹ ਕਈ ਤੇ ਬਾਪ ਐਸੇ ਹੁੰਦੇ ਸੀ ਉਸ ਟਾਈਮ ਤੇ ਕਿ ਮੁੱਕ ਜਾਂਦੇ ਸੀ, ਸੁਸਾਈਡ ਤੱਕ ਕਰ ਲੈਂਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਸਾਡੇ ਬੱਚਿਆਂ ਨੇ ਆਹ ਕੰਮ ਕੀਤਾ। ਸੋ ਇਹ ਚੀਜ਼ਾਂ ਨੇ। ਔਰ ਦੇਖੋ ਉਸ ਟਰੈਕ ਤੇ ਪਿਆ ਫੂਡ ਐਂਡ ਸਪਲਾਈ ਐਕਚੁਅਲ ਕਹਾਣੀ ਹੈ, ਇਹ ਕੋਈ ਇਮੈਜਿਨਰੀ ਕਹਾਣੀ ਨਹੀਂ ਹੈ ਜੀ, ਵਾਪਰੀ ਹੈ ਕੋਈ ਨਾ ਕਿਸੇ ਪਾਸਿਓਂ ਕਿਸੇ ਸੋਰਸ ਨੂੰ ਮਿਲਦੀ ਰਹਿੰਦੀ ਹੈ, ਠੀਕ ਹੈ ਜੀ। ਸੋ ਇਹ ਹੈ ਕਿ ਉਹ ਬੰਦਾ ਅਫਸਰ ਲੱਗਾ, ਮੁੜ ਕੇ ਅਫਸਰੀ ਕਰਦਿਆਂ ਵੀ ਉਹਦੇ ਆਸੇ-ਪਾਸੇ ਉਸ ਮਾਸਟਰ ਸਵਰਨ ਸਿੰਘ ਦਾ ਸਾਇਆ ਜਿਹੜਾ ਸੀ, ਜਿਹੜਾ ਔਰਾ ਸੀ, ਜਿਹੜਾ ਇਮੈਜਿਨੇਸ਼ਨ ਸੀ, ਉਹ ਉਸਨੇ ਫੀਲ ਕੀਤੀ, ਠੀਕ ਹੈ ਜੀ। ਸੋ ਇਹ ਚੀਜ਼ਾਂ ਨੇ, ਜਦੋਂ ਤੁਸੀਂ ਕਿਸੇ ਐਸੀ ਪਰਸਨੈਲਿਟੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹੋ ਤੇ ਉਹ ਫਿਰ ਤੁਹਾਨੂੰ ਆਫ ਦਾ ਟਰੈਕ ਨਹੀਂ ਹੋਣ ਦਿੰਦੀ ਤੁਹਾਨੂੰ। ਅੱਛਾ, ਇੱਕ ਜਵੰਦਾ ਸਾਹਿਬ ਹੋਰ ਮੇਰੇ ਮਨ ਚ ਆ ਰਹੀ ਆ ਕਿ ਜਿਹੜੇ ਇੱਥੇ ਸਰਕਾਰ ਦੁਆਰਾ ਕਾਨੂੰਨ ਬਣੇ ਹੋਏ ਆ ਨਾ, ਬੜੇ ਨਰਮ ਆ ਇੱਥੋਂ ਦੇ, ਹਾਂਜੀ, ਹੈ ਨਾ। ਇੰਨੇ ਨਰਮ ਕਾਨੂੰਨ ਆ ਨਾ, ਕੋਈ ਇੱਥੇ ਚੋਰੀ ਕਰਦਾ ਹੈ ਨਾ, ਬਹੁਤ ਛੋਟੀਆਂ ਨੂੰ ਸਜ਼ਾਵਾਂ ਜਾਂ ਬਿਲਕੁਲ ਹੀ ਮਾਫ ਵਾਂਗੂ ਹੀ ਕੀਤਾ ਜਾਂਦਾ ਕਿ ਤੂੰ ਬੰਦਾ ਬਣ, ਹੈ ਨਾ। ਤੇ ਪਰ ਇੱਥੇ ਮੈਨੂੰ ਤੁਹਾਡੇ ਹਜੇ ਵਿਨੀਪੈਗ ਨਹੀਂ ਪਤਾ, ਇੱਥੇ ਤਾਂ ਇੰਨਾ ਕੁ ਮਾੜਾ ਹਾਲ ਹੋ ਗਿਆ, ਸ਼ਰੇਆਮ ਚੋਰ ਇੱਥੇ ਭਾਜੀ, ਟਰੈਕਟਰ, ਟ੍ਰੇਲਰ, ਗੱਡੀਆਂ ਹਰ ਰੋਜ਼, ਜੇ ਮੈਂ ਗਲਤ ਨਹੀਂ ਹੈਗਾ, ਬਰੈਂਪਟਨ ਸ਼ਹਿਰ ਦੇ ਵਿੱਚੋਂ 5-4 ਗੱਡੀਆਂ ਚੋਰੀ ਹੋ ਰਹੀਆਂ ਹਰ ਰੋਜ਼, ਅੱਛਾ। ਸੋ ਉਹ ਚੋਰ ਕਈ ਵਾਰ ਜਾਣਦੇ ਆ ਜੀ, ਅਫੀਸਰ ਪੁਲਿਸ ਦੇ ਵਿੱਚ ਹੈਗੇ ਆ, ਜਾਣਦੇ, ਉਹਨਾਂ ਗੱਲਬਾਤ ਕਰੀ ਆ, ਸ਼ਰੇਆਮ ਉਹਨਾਂ ਨੂੰ ਫੜਦੇ ਆ, ਪਤਾ ਹੈ ਅਗਲੇ ਦਿਨ ਉਹ ਬਾਹਰ ਫਿਰਦੇ ਆ ਤੁਰੇ, ਵੱਡੇ ਵਕੀਲ ਹੋ ਗਏ, ਮਤਲਬ ਇੰਨੇ ਕ੍ਰਿਮੀਨਲ ਬਣ ਗਏ ਜੀ ਉਹ। ਪਤਾ ਨਹੀਂ ਉਹਨਾਂ ਨੂੰ ਇਦਾਂ ਦੇ ਕੋਈ ਮਾਸਟਰ ਸਵਰਨ ਸਿੰਘ ਵਰਗੇ ਨਹੀਂ ਮਿਲੇ, ਜਾਂ ਜੋ ਸਰਕਾਰ ਨੇ ਇੱਕ ਵਧੀਆ ਮਤਲਬ ਉਪਰਾਲਾ ਕੀਤਾ ਹੋਇਆ ਕਿ ਭਾਈ ਜੇ ਛੋਟਾ ਜਿਹਾ ਕੰਮ ਕੀਤਾ, ਮੁੱਖ ਧਾਰਾ ਦੇ ਵਿੱਚ ਆ ਕੇ ਨਾਰਮਲ ਹੋ ਕੇ ਜ਼ਿੰਦਗੀ ਜਿਉਂ, ਦਸਾਂ ਨੌਂ ਦੀ ਕਿਰਤ ਕਰੋ। ਪਰ ਉਹ ਲੋਕ ਬਹੁਤ ਵੱਡੇ ਮਤਲਬ ਚੋਰ, ਮਤਲਬ ਗੱਡੀਆਂ ਚੋਰੀ, ਟਰੱਕ, ਟ੍ਰੇਲਰ, ਸਮਾਨ, ਪਤਾ ਨਹੀਂ ਕੀ ਲੱਗੇ ਪਏ ਆ ਸਾਡੇ ਬਰੈਂਪਟਨ ਦੇ ਵਿੱਚ ਤਾਂ ਜਵੰਦਾ ਸਾਹਿਬ।
ਸਾਰੀਆਂ ਹਾਂਜੀ, ਕਮਿਊਨਿਟੀਆਂ ਨਾਲ ਹੀ ਆ, ਪਰ ਆਪਣੀ ਵਾਲੇ ਵੀ ਸ਼ੁਰੂ ਹੋਏ ਵੀ ਆ ਇੱਥੇ ਕੰਮ। ਬਰਾੜ ਸਾਹਿਬ ਇਦਾਂ ਹੈ ਕਿ ਅਸੀਂ ਸ਼ਾਇਦ ਇਨੀਸ਼ੀਅਲ ਜਿਹੜਾ ਸੈਟ ਆਫ ਪ੍ਰੋਗਰਾਮ ਸੀ ਉਹਦੇ ਤੇ ਇੱਕ ਵਾਰੀ ਡਿਸਕਸ ਕੀਤਾ ਸੀ ਕਿ ਸ਼ਾਰਟਕਟ ਦੀ ਜਿਹੜੀ ਹੈ ਨਾ ਪ੍ਰਕਿਰਿਆ ਜਿਹੜੀ ਹੈ, ਜਿਹੜੀ ਇੱਕ ਟੈਂਡੈਂਸੀ ਹੈ, ਉਹ ਹਰ ਇੱਕ ਇਨਸਾਨ ਤੇ ਭਾਰੂ ਹੋ ਗਈ ਹੈ ਜੀ। ਇੱਕ ਪੀੜ੍ਹੀ ਆਈ ਸੀ ਜਿਹੜੀ 20-30 ਸਾਲ ਸਟਰਗਲ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਬਣਾਇਆ ਸੀ। ਲੇਕਿਨ ਹੁਣ ਦੀ ਪੀੜ੍ਹੀ ਹੈ, ਉਹਨਾਂ ਨੂੰ ਸ਼ਾਰਟਕਟ ਚਾਹੀਦਾ ਜੀ। ਉਹ ਇੰਨਾ ਲੰਬਾ ਸਮਾਂ ਉਹ ਅਫੋਰਡ ਨਹੀਂ ਕਰ ਪਾਉਂਦੇ। ਉਹਨਾਂ ਦੀ ਮਾਨਸਿਕਤਾ ਇਦਾਂ ਦੀ ਬਣੀ ਨਹੀਂ ਹੈ। ਉਹਨਾਂ ਨੂੰ ਚਾਹੀਦਾ ਜੀ ਸਾਰਾ ਕੁਝ ਜੋ ਇੱਕ ਪੀੜ੍ਹੀ ਨੇ 20-30 ਸਾਲ ਸਟਰਗਲ ਕਰਕੇ ਬਣਾਇਆ, ਪ੍ਰੋਪਰ ਚੈਨਲ ਬਣਾਇਆ, ਉਹਨੂੰ ਚਾਹੀਦਾ 2 ਜਾਂ 3 ਸਾਲ ਦੇ ਵਿੱਚ ਸਾਰਾ ਕੁਝ, ਠੀਕ ਹੈ ਜੀ। ਤੇ ਉਹ ਕਹਿੰਦੇ ਨੇ ਕਿ ਆਪ ਮੋਏ ਜਗ ਪਰ ਲੋ, ਉਹ ਜਿਹੜੀ ਮਾਨਸਿਕਤਾ ਭਾਰੂ ਹੋ ਗਈ ਹੈ, ਸਾਰਾ ਉਸ ਚੀਜ਼ ਦਾ ਹੀ ਰਿਜ਼ਲਟ ਹੈ, ਠੀਕ ਹੈ ਜੀ। ਬਿਲਕੁਲ ਸਹੀ। ਅੱਜ ਕਰੋ ਚੋਰੀ, ਰੈਕਟ ਖਰਾਬ ਹੁੰਦਾ ਹੈ, ਹੋਣ ਤੇ ਉਹ ਕੋਈ ਹੋਰ ਚੀਜ਼ ਖਰਾਬ ਹੁੰਦੀ ਹੈ, ਹੋਣ ਤੋਂ ਰੈਪੂਟੇਸ਼ਨ ਦੀ ਤੇ ਪਰਵਾਹ ਨਹੀਂ ਕਰਦੇ ਜੀ, ਨਹੀਂ ਪਰਵਾਹ ਕਰਦੇ। ਬਿਲਕੁਲ ਸਹੀ ਗੱਲ ਹੈ। ਈਜ਼ੀ ਕੈਸ਼ ਬਣਾਓ, ਰਾਤ ਨੂੰ ਪੱਬ 'ਚ ਜਾਓ, ਨਾਈਟ ਕਲੱਬ 'ਚ ਜਾਓ, ਐਸ਼ ਕਰੋ, ਅਗਲੇ ਦਿਨ ਫਿਰ ਸੈਕੰਡ ਟਾਰਗੇਟ ਤੁਸੀਂ ਚੁਣੋ, ਠੀਕ ਹੈ ਜੀ। ਇਹ ਸਾਰੇ ਪ੍ਰੋਸੈਸ ਦੇ ਵਿੱਚ ਅਗਰ ਪੜੇ ਵੀ ਗਏ ਤੇ ਲੂਪ ਹੋਲਸ ਉਹਨਾਂ ਨੇ ਪਹਿਲਾਂ ਲੱਭੇ ਹੁੰਦੇ ਸਿਸਟਮ ਦੇ, ਆਪਾਂ ਬਾਹਰ ਨਿਕਲਣ ਤੋਂ ਇਹ ਜਿਹੜਾ ਪ੍ਰਕਿਰਿਆ ਹੈ, ਇਹ ਜਿਹੜਾ ਪ੍ਰਚਲਨ ਹੈਗਾ, ਇਹ ਭਾਰੂ ਇੱਕ ਸ਼ਹਿਰ 'ਚ ਨਹੀਂ ਹੋਇਆ, ਹਰ ਸ਼ਹਿਰ ਦੇ ਵਿੱਚ ਹੋਇਆ, ਠੀਕ ਹੈ ਜੀ। ਹਰ ਬੰਦਾ ਜਿਹੜਾ ਉਹ ਦੂਜੇ ਦਾ ਸਿਰ ਮਿੱਧ ਕੇ ਅੱਗੇ ਲੰਘਣ 'ਚ ਉਹ ਵਿਸ਼ਵਾਸ ਕਰਦਾ ਜੀ, ਠੀਕ ਹੈ ਜੀ। ਸੱਚੀ ਗੱਲ ਹੈ। ਕਿੰਨਾ ਪੀੜ ਹੁੰਦੀ ਹੈ ਅਗਲੇ ਨੂੰ, ਕਿੰਨਾ। ਹੁਣ ਦੇਖੋ, ਇੱਕ ਬੰਦੇ ਨੇ ਕਾਰ ਲਈ ਹੈ ਆਪਣੇ ਕੰਮ ਤੇ ਜਾਣ ਵਾਸਤੇ, ਉਹਦੀ ਕਾਰ ਚੋਰੀ ਹੋ ਗਈ ਹੈ ਨਾ, ਤੇ ਨਾ ਤਾਂ ਕੰਮ ਤੇ ਪਹੁੰਚ ਸਕਣਾ, ਬਾਕੀ ਮੈਂਟਲ ਹਰਾਸਮੈਂਟ ਵੱਖਰੀ ਹੈ। ਉਹਨੂੰ ਪ੍ਰੋਸੈਸ ਦਾ ਨਹੀਂ ਪਤਾ ਹੁੰਦਾ ਕਿ MPI ਜਾਂ ਤੁਹਾਡੀ ਜਿਹੜੀ ਇੰਸ਼ੋਰੈਂਸ ਕੰਪਨੀ ਉਹਨੂੰ ਕਿੱਦਾਂ ਅਪਰੋਚ ਕਰਨਾ, ਦਿਹਾੜੀਆਂ ਭੰਨਣੀਆਂ, ਠੀਕ ਹੈ ਜੀ। ਕਈ ਪਰ ਇਹ ਆ ਕਿ ਉਹ ਹੁੰਦਾ ਜਾਂਦਾ ਜੀ ਸਾਰਾ ਕੁਝ, ਠੀਕ ਹੈ ਜੀ, ਸੱਚੀ ਮੁੱਚੀ। ਔਰ ਦੋਸਤੋ ਹੁਣ ਇੱਕ ਬ੍ਰੇਕ ਹੀ ਲਵਾਂਗੇ, ਬ੍ਰੇਕ ਤੋਂ ਬਾਅਦ ਵਿਨੀਪੈਗ ਸ਼ਹਿਰ ਦੀ ਗੱਲਬਾਤ ਕਰਾਂਗੇ, ਉੱਥੋਂ ਦੀ ਰੀਅਲ ਅਸਟੇਟ ਦੀ ਗੱਲਬਾਤ ਕਰ ਲਾਂਗੇ ਤੇ ਪੰਜਾਬ ਵੀ ਚੱਲਾਂਗੇ। ਤੇ ਇੱਕ ਜ਼ਰੂਰ ਆ ਜਵੰਦਾ ਸਾਹਿਬ, ਜਿਹੜੇ ਮਤਲਬ ਨਾ ਇਹ ਚੋਰ ਆ ਹਨਾ, ਕਈ ਇੱਥੇ ਸਾਡੇ ਬਹੁਤ ਤੁਰੇ ਫਿਰਦੇ ਆ ਜੀ ਹਨਾ। ਕੜਮ ਚੌਧਰੀ ਵੀ ਇੱਥੇ ਹੀ ਆ ਜੀ, ਔਰ ਲੋਕਾਂ ਨੂੰ ਪਤਾ ਵੀ ਆ, ਸੋ ਪਤਵੰਤੇ ਵੀ ਆ, ਬੜਾ ਕੁਛ ਚੱਲਦਾ ਜਵੰਦਾ ਸਾਹਿਬ ਸੱਚੀ। ਮਤਲਬ ਨਾ ਮਤਲਬ ਕਈ ਵਾਰ ਨਾ ਸੱਚੀ ਜਿਹੜੇ ਨਾ, ਮਤਲਬ ਹੁਣ ਮੈਂ ਇਹ ਨਹੀਂ ਕਹੂੰਗਾ ਸਾਰੇ ਹਨਾ, ਸਾਰੇ ਨਹੀਂ ਹੈ ਨਾ। ਸੋ ਇੰਡੀਆ ਦੇ ਵਿੱਚ ਜਿਹੜੇ ਲੀਡਰ ਆ, ਜਿਹੜੇ ਪੰਜਾਬ ਵਾਲੇ, ਸ਼ਰੇਆਮ ਪਤਾ ਕੀ ਕੁਛ ਕੀਤਾ, ਪਰ ਉਹ ਪਤਵੰਤੇ ਆ ਹਨਾ। ਉਹਨਾਂ ਦੇ ਝੋਲਾ ਚੁੱਕ ਮੂੰਹ ਵੇਲਾ ਜੀ ਪਤਵੰਤੇ ਆ ਹਨਾ। ਕਹਿੰਦੇ ਨਾ ਕਈ ਵਾਰ ਪੈਸੇ ਨਾਲ ਨਾ ਉਹ ਚੀਜ਼ਾਂ ਢੱਕ ਲੈਂਦੇ ਆ ਹਨਾ, ਢੱਕ ਲੈਂਦੇ ਆ, ਜਾਂ ਅਸੀਂ ਲੋਕ ਵੀ ਉਹਨਾਂ ਨੂੰ ਢਕਾ ਦਿੰਦੇ ਆ ਜੀ। ਐਵੇਂ ਹੀ ਉਹਨਾਂ ਮੂਹਰੇ ਚੱਕ ਕੇ ਗੁਲਦਸਤੇ ਲੈ ਲਓ ਜੀ, ਆਹ ਲੈ ਲਓ, ਫਲਾਨੇ ਲੈ ਲਓ, ਧੌਂਕੇ ਲੈ ਲਓ ਹਨਾ। ਸੋ ਸਿਰ ਚੜਾ ਲਏ ਲੋਕ, ਅਸੀਂ ਜਿਹੜੇ ਇਦਾਂ ਦੇ ਲੋਕ ਕਰਦੇ ਸੀ, ਸਿਰ ਚੜਾ ਲਏ। ਉਹਨਾਂ ਸਭ ਅਸੀਂ ਲੋਕਾਂ ਦੀਆਂ ਗਲਤੀਆਂ, ਉਹ ਸਿਰ ਚੜਾ ਲਏ, ਆਮ ਲੋਕਾਂ ਨੇ ਸਿਰ ਚੜਾ ਲਏ ਉਹ ਲੋਕ ਹਨਾ। ਸੋ ਬ੍ਰੇਕ ਲੈ ਲਈਏ ਜੀ, ਮੈਨੂੰ ਲੱਗਦਾ ਉਸ ਤੋਂ ਬਾਅਦ ਆਪਾਂ ਗੱਲਬਾਤ ਵਿਨੀਪੈਗ ਸ਼ਹਿਰ ਦੀ ਕਰਾਂਗੇ। ਸੋ ਇੱਕ ਛੋਟੀ ਜਿਹੀ ਬ੍ਰੇਕ, ਅਸੀਂ ਹੁਣੀ ਗਏ ਜੀ ਤੇ ਹੁਣੀ ਵਾਪਸ ਆਏ। ਹੋ ਗਿਆ ਬ੍ਰੇਕ ਟਾਈਮ ਬਈ? ਹਾਂ। ਸੋ ਜੰਦਰ ਸਾਹਿਬ ਸੱਚੀ ਮੁੱਚੀ ਆ, ਸਾਡੇ ਤਾਂ ਇੱਥੇ ਬੜਾ ਕੁਛ ਤੁਹਾਨੂੰ ਨਾ ਆਓ, ਮੈਨੂੰ ਵਿਨੀਪੈਗ ਨਹੀਂ ਹਜੇ ਪਤਾ ਹੈਗਾ, ਬਹੁਤ ਇੱਥੇ ਦਾ ਭਾਜੀ ਸ਼ਰੇਆਮ ਪਤਾ ਕਿਆ ਬੰਦੇ ਨੇ ਆਹ ਕੁਛ ਕੀਤੇ ਹੋਏ ਆ, ਸਿਰ ਚੜਾਏ ਅਸੀਂ ਲੋਕਾਂ ਨੇ ਜੀ। ਹਾਂਜੀ ਤੁਹਾਡੀ ਮੈਂ ਕਿਹਾ ਫੋਟੋ ਨਹੀਂ ਆਈ ਸਾਰੇ ਪ੍ਰੋਗਰਾਮ 'ਚ ਮੈਨੂੰ। ਅੱਛਾ, ਕਾਰਤਿਕ ਭਾਜੀ ਹੁਣੀ ਕਹਿੰਦੇ ਉਹਨਾਂ ਨੂੰ ਪਿਕਚਰ ਨਹੀਂ ਦਿਖ ਰਹੀ। ਹਾਂ, ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਪਹਿਲਾਂ ਨਹੀਂ ਕਾਲ ਕੀਤੀ, ਜਵੰਦਾ ਸਾਹਿਬ ਤੁਹਾਡੀ ਆਵਾਜ਼ ਸੁਣ ਰਹੇ ਆ। ਮੈਂ ਜਵੰਦਾ ਸਾਹਿਬ ਦਾ ਤੇ ਮੈਂ ਬਹੁਤ ਕਾਇਲ ਹੈ ਜੀ, ਸ਼ੁਕਰੀਆ। ਜਵੰਦਾ ਸਾਹਿਬ ਤਾਂ ਉਹ ਵਾਹਿਗੁਰੂ ਇਹਨਾਂ ਦੇ ਹੱਥ ਨੂੰ ਹੋਰ ਬਖਸ਼ਿਸ਼ ਕਰੇ ਕੁਛ। ਸ਼ੁਕਰੀਆ ਢੀਂਡਸਾ ਸਾਹਿਬ, ਮਿਹਰਬਾਨੀ, ਜਿਉਂਦੇ ਵਾਸਤੇ ਰਹੋ, ਤੁਸੀਂ ਵੀ ਸੁਣਦੇ ਰਹੋ। ਸੋ ਇਸ ਦਿਮਾਗ ਨੇ ਮੇਰਾ ਖਿਆਲ ਹੈ ਕਾਫੀ ਸੁਣਨ ਵਾਲਿਆਂ ਤੇ ਪ੍ਰਭਾਵ ਪਾਇਆ। ਜੇ ਕਿਤੇ ਵਾਹਿਗੁਰੂ ਸਾਡੇ ਜਿਹੜੇ ਆ ਨਵੇਂ ਆਉਂਦੇ ਆ, ਮੁੰਡੇ ਆਉਂਦੇ ਆ, ਕਿਤੇ ਇਹਨਾਂ ਤੇ ਵੀ ਪ੍ਰਭਾਵ ਪਾ ਦੇਣ। ਜਵੰਦਾ ਸਾਹਿਬ ਤੇ ਮੈਂ ਸਮਝੂਗਾ ਇਹਨਾਂ ਨੇ ਜੱਗ ਜਿੱਤ ਲਿਆ ਜੀ। ਢੀਂਡਸਾ ਸਾਹਿਬ ਕੱਲੇ ਨਵਿਆਂ ਦੀ ਗੱਲ ਨਾ ਕਰੋ, ਤੁਸੀਂ ਇੱਥੇ ਪੁਰਾਣੇ ਰਹਿੰਦੇ ਹੋ, ਆਪਾਂ ਨੂੰ ਪਤਾ ਹੈ ਇੱਥੇ ਪਤਵੰਤਿਆਂ ਨੇ ਕੀ ਕੀਤਾ ਹੁਣ ਤੱਕ। ਲੁੱਟ ਕੇ ਖਾ ਗਏ ਆਪਣੇ ਬਰੈਂਪਟਨ ਨੂੰ, ਟੋਰਾਂਟੋ GTA ਨੂੰ, ਹੈ ਦੋਨਾਂ ਨੂੰ ਬੈਲੈਂਸ ਕਰੋ। ਜਵੰਦਾ ਸਾਹਿਬ ਮੈਂ ਇੱਕ ਦਿਨ ਕਿਹਾ ਸੀ ਮੇਰੇ ਦੋਨੇ ਹੀ ਪੋਤਿਆਂ ਨੇ
ਜੂੜੇ ਰੱਖੇ ਔਰ ਦਾੜੀਆਂ ਰੱਖੀਆਂ, ਹਾਂਜੀ ਤਾਂ ਜਦੋਂ ਰੋਜ਼ ਹੀ 4 5 6 ਸਿੰਘਾਂ ਦੇ ਨਾਂ ਆ ਜਾਂਦੇ ਆ ਨਾ, ਉਹ ਨਾਂ ਵੀ ਇਦਾਂ ਦੇ ਬੜੇ ਸਫਿਸਟੀਕੇਟਡ ਜਿਹੇ ਆਉਂਦੇ ਆ, ਬਚਿੱਤਰਜੀਤ ਸਿੰਘ, ਫਲਾਨਾ ਜੀਤ ਸਿੰਘ, ਤੇ ਸ਼ਰਮ ਨਾਲ ਏਦਾਂ ਸਿਰ ਝੁਕਦਾ ਜੇ ਤੁਸੀਂ ਇਹ ਗੱਲ ਛੱਡ ਦਿਓ ਵੀ ਇੱਥੇ ਰੋਟੀ ਖਾਣ ਨੂੰ ਕਈ ਵਾਰੀ ਦਿਲ ਨਹੀਂ ਕਰਦਾ ਵੀ ਰੋਟੀ ਛੱਡ ਦਈਏ ਯਾਰ, ਕੀ ਸਾਡੀ ਕੌਮ ਨੂੰ ਹੋ ਗਿਆ। ਸੱਚੀ ਇੱਥੇ ਕੁਝ ਕਿਸੇ ਦਿਨ ਕੁਝ ਲਿਖ ਕੇ ਇਹਨਾਂ ਨੂੰ ਕੋਈ ਚੇਤਾਵਨੀ ਦਿਓ ਕੋਈ। ਆ ਤੁਸੀਂ ਮਾਸਟਰ ਦੀ ਗੱਲ ਸੁਣਾਈ ਸੀ, ਘੜੀ ਵਾਲੀ ਗੱਲ ਸੁਣਾਈ ਸੀ, ਬੜੀ ਦਿਲ ਨੂੰ ਟੁੱਭੀ ਆ। ਕਿਤੇ ਇਹਨਾਂ ਬਾਰੇ ਵੀ ਕੁਝ ਏਦਾਂ ਦਾ ਕੁਝ ਲਿਖੋ ਜਾਂ ਇਹਨਾਂ ਨੂੰ ਕੋਈ ਖਾਸ ਸੁਨੇਹਾ ਦਿਓ ਜਿਹੜੇ ਸਾਡੀ ਜਾਨ ਛੁੱਟੇ। ਅਸੀਂ ਬੜੇ ਸ਼ਰਮਸਾਰ ਹੈ ਬਾਈ ਗੋਡ। ਸਿੱਖ ਕੌਮ ਐਸੀ ਸੀਗੀ ਵੀ ਸਿੱਖ ਇੱਕ ਨੇ ਪੱਗ ਬੰਨੀ ਬੱਸ 'ਚ ਬਹਿ ਜਾਂਦਾ ਸੀ ਤੇ ਲੋਕੀ ਖੜੇ ਹੋ ਜਾਂਦੇ ਸੀ। ਅੱਜ ਕੱਲ ਉਹ ਹਿਸਾਬ ਹੈ ਕਿ ਪੜ ਲਓ। ਸਤਿ ਸ੍ਰੀ ਅਕਾਲ। ਬਿਲਕੁਲ ਠੀਕ ਹੈ, ਤੇ ਕੋਸ਼ਿਸ਼ ਕਰਦੇ ਰਵਾਂਗੇ ਜੀ ਜ਼ਰੂਰ। ਕੋਈ ਨਾ ਕੋਈ ਲਿਖਾਂਗਾ ਮੈਂ ਇਹਦੇ ਬਾਰੇ। ਬਰਾੜ ਸਾਹਿਬ ਤੁਸੀਂ ਵੀ ਨੋਟ ਕਰ ਲਓ, ਕੋਈ ਇਹਦੇ ਬਾਰੇ ਜ਼ਰੂਰ ਕਰਾਂਗੇ। ਬਿਲਕੁਲ। ਔਰ ਜਵੰਦਰ ਸਾਹਿਬ ਤੋਂ ਵੀ ਸਟੋਰੀ, ਆਪਣਾ ਜਵੰਦਰ ਸਾਹਿਬ ਢੀਂਡਸਾ ਸਾਹਿਬ ਤੋਂ ਵੀ ਸਟੋਰੀ ਲਿਆ ਕਰੋ। ਇਹਨਾਂ ਨੇ ਜਦੋਂ SHO ਰਹੇ ਆ ਨਾ, ਇਹਨਾਂ ਦੀਆਂ ਕੋਲੇ ਬੜੀਆਂ ਸਚਾਈਆਂ ਕਹਾਣੀਆਂ ਲੋਕਾਂ ਦੀਆਂ ਪਈਆਂ ਇਹਨਾਂ ਕੋਲੇ। ਹਾਂਜੀ ਬੜਾ ਕੁਝ ਉਹ ਤੋਂ ਸਿੱਖਣ ਨੂੰ ਆਪਾਂ ਨੂੰ ਮਿਲ ਸਕਦਾ ਜੀ। ਨਹੀਂ, ਮੈਂ ਕਰੂੰਗਾ ਜੀ ਗੱਲ ਇਹਨਾਂ ਨੂੰ ਜ਼ਰੂਰ। ਇਹਨਾਂ ਕੋਲ ਇੱਕ ਤੋਂ ਮਿਲੀਅਨ। ਹਾਂਜੀ ਮੈਂ ਤਾਂ ਜਵੰਦਰ ਸਾਹਿਬ ਡਾਂਗ ਦੀ ਵਰਤੋਂ ਬਹੁਤ ਕੀਤੀ। ਅੱਛਾ ਜੀ। ਮੈਨੂੰ ਆਫਰਸ ਵੀ ਬਹੁਤ ਵੱਡੀਆਂ ਫੇ ਡਾਂਗ ਤੋਂ ਬਾਅਦ ਤਾਂ ਗੋਲੀ ਤੱਕ ਵੀ ਆਈ, ਫੇ ਆਪ ਗ੍ਰਨੇਡ ਵੀ ਖਾਧਾ, 9-10 ਮਹੀਨੇ PGI ਵੀ ਰਹੇ, ਬੜਾ ਕੁਝ ਕੀਤਾ ਜ਼ਿੰਦਗੀ 'ਚ ਛੋਟੀ ਜਿਹੀ 34-35 ਸਾਲ ਦੀ ਉਮਰ ਦੇ ਵਿੱਚ। ਪਰ ਹੁਣ ਜਵੰਦਰ ਸਾਹਿਬ ਮੈਂ ਥੱਕ ਗਿਆ, ਬਿਲਕੁਲ ਥੱਕ ਗਿਆ। ਕਿੰਨੀ ਤੁਸੀਂ ਤਰਾਸਦੀ ਸ਼ੋਅ ਕੀਤੀ ਹੈ ਵੀ ਥੱਕ ਗਿਆ ਹਨਾ ਜੀ। ਕਿੰਨਾ ਤੁਸੀਂ ਵਾਕਈ ਤੁਸੀਂ ਲੱਗਦੇ ਹੋ ਵੀ ਥੱਕ ਗਏ ਹੋ, ਉਸ ਕਰਕੇ ਨਹੀਂ, ਫਿਜ਼ੀਕਲ ਤੌਰ ਤੇ ਨਹੀਂ, ਬਟ ਸਾਰਾ ਕੁਝ ਜੋ ਆਸੇ-ਪਾਸੇ ਦੇਖ ਰਿਹਾ ਹੋ ਰਿਹਾ ਵਰਤਾਰਾ ਦੇਖ ਕੇ ਵਾਕਈ ਹਰ ਬੰਦਾ ਥੱਕ ਗਿਆ ਜੀ। ਤੁਸੀਂ ਇਕੱਲੇ ਨਹੀਂ ਥੱਕੇ। ਹਾਂ ਬਿਲਕੁਲ। ਆਪਣੇ ਆਪ ਰੋਜ਼ ਪੜੀਦਾ ਨਾ, ਇੱਕ ਅੱਧਾ ਕਾਲਮ ਪੜੀਦਾ ਹੈਗਾ ਆ ਵੀ ਆ 2 ਸਿੰਘ ਫੜੇ ਗਏ, 2 ਦੇ ਬਰੰਟ ਨਿਕਲਿਆ, ਚੌਥੇ ਪੰਜਵੇਂ ਉਹ ਵੀ ਪੜ ਲੈ, ਕਿਸੇ ਨੇ ਕੁੜੀ ਨਾ ਕਰ ਦਿੱਤਾ। ਸਮਝ ਨਹੀਂ ਆਉਂਦੀ ਵੀ ਲੋਕਾਂ ਦੀਆਂ ਕੁੜੀਆਂ ਕਿਉਂ ਆ, ਆਪਣੀ ਜਿਹੜੀ ਕੁੜੀ ਆ ਉਹਨੂੰ ਕਿਉਂ ਇੰਨਾ ਅਸੀਂ ਖਿਆਲ ਕਰਦੇ ਆ। ਲੋਕਾਂ ਨੂੰ ਵੀ ਆਪਣੀ ਭੈਣਾਂ ਮਾਵਾਂ ਧੀਆਂ ਸਮਝੋ। ਏਦਾਂ ਦੇ ਪਤਾ ਨਹੀਂ ਕਿਉਂ ਬੱਚੇ ਜਾਂ ਤਾਂ ਇਹ ਮੂਰਖ ਬਣ ਗਏ ਆ ਜਾਂ ਇਹਨਾਂ ਦੀ ਮਾਨਸਿਕਤਾ ਜਿਹੜੀ ਆ ਮੂਰਖ ਬਣਾਈ ਗਈ ਆ। ਸਤਿ ਸ੍ਰੀ ਅਕਾਲ। ਕਿਤੇ ਇਹਦੇ ਬਾਰੇ ਜ਼ਰੂਰ ਲਿਖੋ। ਹਾਂ ਪੱਕਾ ਜੀ, ਪੱਕਾ ਢੀਂਡਸਾ ਸਾਹਿਬ, ਮਿਹਰਬਾਨੀ ਤੁਸੀਂ। ਥੈਂਕ ਯੂ ਢੀਂਡਸਾ ਸਾਹਿਬ, ਥੈਂਕ ਯੂ ਵੈਰੀ ਮੱਚ, ਥੈਂਕ ਯੂ। ਆਪਣੇ ਕਰਦੇ ਕਿ ਭਾਜੀ ਨੂੰ ਮੇਰੇ ਵਾਲੀ ਪਿਕਚਰ ਨਹੀਂ ਦਿਖ ਰਹੀ, ਉਦਾਂ ਦਾ ਠੀਕ ਆ ਰਿਹਾ ਪ੍ਰੋਗਰਾਮ 'ਚ, ਕੋਈ ਨੁਕਸ ਨਹੀਂ, ਠੀਕ ਸੀ। ਮੈਨੂੰ ਆਪਣੀ ਖੁਦ ਹੀ ਦਿਖ ਰਹੀ, ਲੇਕਿਨ ਲੀਨੀਅਰ ਸ਼ੇਪ 'ਚ ਥੋੜੀ ਜਿਹੀ ਲੰਬੀ ਜਿਹੀ ਦਿਖ ਰਹੀ ਹੈ। ਹਾਂ ਪਰ ਉਹਦਾ ਠੀਕ ਸੀ ਭਾਜੀ, ਬਹੁਤ ਅੱਛਾ। ਮੈਨੂੰ ਨਾ ਇੱਕ ਪਲੀਜ਼ ਭੇਜਿਓ ਆਪਣਾ ਦੂਸਰਾ ਭੇਜਿਓ ਜੀ ਜ਼ਰੂਰ, ਇਹਦਾ ਬਣਾ ਕੇ ਅੱਜ ਵਾਲੀ ਦਾ ਟਾਈਟਲ ਜਿਹਾ ਭਾਜੀ, ਛੋਟਾ ਜਿਹਾ, ਉਹ ਵਧੀਆ ਹੋ ਜਾਂਦਾ ਭਾਜੀ, ਕਿਉਂਕਿ ਇੱਕ ਪਈਆਂ ਰਹਿਣੀਆਂ ਆਪਣੀਆਂ YouTube ਦੇ ਉੱਪਰ ਚੀਜ਼ਾਂ ਹਨਾ। ਠੀਕ ਹੈ ਜੀ, ਮੈਂ ਹੁਣੇ ਭੇਜ ਦੇਣਾ ਪ੍ਰੋਗਰਾਮ ਤੋਂ ਬਾਅਦ। ਅੱਛਾ ਭਾਜੀ ਇੱਕ ਹੋਰ ਚੀਜ਼ ਦੇਖਿਓ, ਉਹ ਜਿਹੜੇ ਨਾ ਪ੍ਰੈਸ਼ਰ ਕੁੱਕਰ ਨਹੀਂ ਦਿੱਤੇ ਸੀਗੇ ਇੱਕ ਕੈਲਗਰੀ, ਦੇਖਿਆ ਸੀ ਜੀ ਉਹ ਆਪਣੇ ਬੰਦੇ ਨੇ 20 ਪ੍ਰੈਸ਼ਰ ਕੁੱਕਰ ਲੈਣ ਗਏ ਸੀ। ਹਾਂਜੀ ਹਾਂਜੀ। ਕਿੰਨਾ ਭਾਜੀ ਢੀਠ ਹੋਣਾ ਯਾਰ ਲੋਕਾਂ ਦਾ ਹੈ। ਕੀ ਕਰੀਏ ਯਾਰ, ਕੀ ਕਰੀਏ ਭਾਜੀ। ਦੇਖਿਆ ਸੀ ਹਾਲਾਤ ਜੀ, ਆ ਮੇਰੇ ਸਾਹਮਣੇ ਵੀਡੀਓ ਆ ਗਈ ਜਿਹਨੇ ਭਾਜੀ ਹਨਾ ਤੰਦਰਾਂ ਨੇ ਸਿਰੇ ਲਾਤੇ ਜੀ। ਕਿਹੜੀ ਚੀਜ਼ ਸਭ ਮਤਲਬ ਇੱਥੇ ਆ ਕੇ ਜੀ $20 ਦਾ ਪ੍ਰੈਸ਼ਰ ਕੁੱਕਰ ਸੀ ਭਾਜੀ ਉਹ। ਇੰਨੀਆਂ ਲਾਹਨਤਾਂ ਮਤਲਬ ਪਾਈਆਂ ਜੀ ਇਹਨਾਂ ਬੰਦਿਆਂ ਨੇ। ਮਾਨਸਿਕਤਾ ਚੇਂਜ ਨਹੀਂ ਹੋ ਸਕਦੀ, ਔਰ ਉਹ ਤੇ ਅੰਦਰੋਂ ਹਲੂਣਾ ਵੱਜੇ ਤਾਂ ਹੀ ਹੋ ਸਕਦੀ ਹੈ। ਠੀਕ ਹੈ ਜੀ, ਸੱਚੀ ਮੁੱਚੀ ਸੱਚੀ ਮੁੱਚੀ। ਨਹੀਂ ਜਿੰਨੇ ਮਰਜ਼ੀ ਤੇ ਪ੍ਰੋਗਰਾਮ ਕਰ ਲਓ, ਜੋ ਮਰਜ਼ੀ ਕਰ ਲਓ। ਪਹਿਲੀ ਗੱਲ ਤੇ ਇਹਨਾਂ ਦੀ ਰੀਚ ਜਿਹੜੀ ਹੈ ਸਾਰੀ ਕਮਿਊਨਿਟੀ 'ਚ ਨਹੀਂ ਹੈ। ਅਗਰ ਕਿਸੇ ਕੋਲ ਚਲੀ ਵੀ ਗਈ ਨਾ ਤੇ ਜਿਸ ਤੇ ਢੁਕਦੀ ਹੈ ਉਹਨੇ ਉਸ ਵੇਲੇ TV ਆਫ ਕਰ ਦੇਣਾ। ਨਹੀਂ ਆ ਵੀ ਗੱਲ ਥੋੜੀ ਸਹੀ ਹੈ, ਵੀ ਬੰਦ ਕਰ। ਉਹ ਯਾਰ ਜਦੋਂ ਕੋਈ ਚੀਜ਼ ਤੁਹਾਨੂੰ ਟੁੰਬਦੀ ਹੈ ਨਾ ਤੇ 2 ਇਫੈਕਟ ਪੈਂਦੇ, ਜਾਂ ਤੁਸੀਂ ਚੇਂਜ ਹੋ ਜਾਂਦੇ ਹੋ ਜਾਂ ਤੁਸੀਂ ਉਹ ਜਿਸ ਚੈਨਲ ਤੋਂ ਆ ਰਿਹਾ ਉਹ ਬੰਦ ਕਰ ਦਿੰਦੇ ਹੋ। ਤੇ ਨਾਰਮਲੀ ਮਾਨਸਿਕਤਾ ਹੀ ਬੰਦ। ਜਿਹੜੀ ਅੱਜ ਤੁਹਾਡੀ ਕਹਾਣੀ ਨਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਜੋ ਕੀਤਾ ਸੀ ਹਨਾ, ਮੈਂ ਹੋਇਆ, ਔਰ ਉਸ ਤੋਂ ਬਾਅਦ ਜਵੰਦਾ ਸਾਹਿਬ ਮੇਰੇ ਕੋਲ ਇੱਕ ਮੌਕਾ ਸੀ। ਅੱਛਾ ਜੀ। ਮੇਰੇ ਕੋਲੇ ਮੌਕਾ ਸੀ ਔਰ ਮੌਕੇ ਦੇ ਵਿੱਚ ਮੈਂ ਬਹੁਤ ਵੱਡੀ ਚੋਰੀ ਕਰ ਲਈ ਸੀ।
ਅੱਛਾ ਜੀ। ਲੇਕਿਨ ਦਾਦਾ ਜੀ ਮੂਹਰੇ ਹੋਏ ਹਾਂ ਤੇ ਮੈਂ ਇੰਨਾ ਕੁ ਸ਼ੁਕਰ ਕਰਦਾ ਪਰ ਮੈਨੂੰ ਪਰਮਾਤਮਾ ਉਹ ਬਚਪਨ ਨੇ ਮੈਨੂੰ ਬਚਾਇਆ। ਠੀਕ ਹੈ ਜੀ। 15 18 20 ਸਾਲ ਦੀ ਗੱਲ ਆ, ਦੁਬਾਰਾ ਫਿਰ ਮੌਕਾ ਆਇਆ। ਮੌਕੇ ਹਾਂ। ਤੁਹਾਨੂੰ ਜਵੰਦਾ ਸਾਹਿਬ ਮਿਲਦੇ ਆ। ਯਾ ਜਿਹੜਾ ਬੰਦਾ ਨਾ ਇਹ ਸ਼ੈਤਾਨ ਆ, ਇਹਨੂੰ ਜਦੋਂ ਮੌਕਾ ਮਿਲਦਾ ਹੈ ਨਾ ਚੱਕ ਲਓ, ਠੀਕ ਹੈ। Yeah. ਪਰ ਜੇ ਤੁਹਾਡੇ ਕਿਤੇ ਚੋਟ ਵੱਜੀ ਹੋਵੇ ਨਾ, ਜਾਂ ਸਹੀ ਤਰੀਕੇ ਨਾਲ ਤੁਹਾਨੂੰ ਚੋਟ ਮਾਰੀ ਆ ਹਨਾ, ਹਾਂਜੀ। ਕਿਸੇ ਨੇ ਪਿਆਰ ਨਾਲ, ਤੇ ਉਹ ਬੰਦਾ ਗਲਤੀ ਬਚ ਜਾਂਦਾ ਹੈ ਨਹੀਂ ਬਿਲਕੁਲ ਠੀਕ ਹੈ ਜੀ। ਹੈਨਾ। ਔਰ ਗਲਤੀ ਤਾਂ ਤੁਹਾਡੀ ਜਵੰਦਾ ਸਾਹਿਬ ਇੱਕ ਚਾਹੀਦੀ ਆ ਇਹੋ ਜੀ ਕੋਈ, ਹੈਨਾ। ਹਾਂ। ਬੰਦੇ ਦਾ ਕੈਰੀਅਰ ਹੀ ਖਤਮ ਆ, ਯਾ ਹੈਨਾ, ਬੰਦੇ ਦਾ ਕੈਰੀਅਰ ਖਤਮ ਹੋ ਜਾਂਦਾ। ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਜੀ, ਆਪਣੇ ਪੰਜਾਬ ਦੀਆਂ ਐਗਜ਼ਾਮਪਲਸ ਹੈਗੀਆਂ ਨੇ, ਹੋਰ ਕਈ ਨੇ। ਪਰ ਇਹ ਹੈ ਵੀ ਆਪਣੇ ਆਪ ਨੂੰ ਬੰਦਾ ਟਰੈਕ ਤੇ ਰੱਖੇ। ਮੈਂ ਤੇ ਜਦੋਂ ਦੇਖੋ ਤੁਹਾਡੇ ਅੱਗੇ ਭਰਾ ਤੇ ਭੈਣਾਂ ਐਪਰੀਸ਼ੀਏਟ ਕਰਦੇ, ਮੈਂ ਇੱਕੋ ਗੱਲ ਕਹਿਣਾ ਹੁੰਦਾ ਕਿ ਯਾਰ ਤੁਸੀਂ ਨਾ ਇੱਕ ਅਰਦਾਸ ਕਰਿਆ ਕਰੋ। ਹਰਪ੍ਰੀਤ ਜਵੰਦਾ ਜਿਹੜਾ ਨਾ ਉਹ ਆਪਣੇ ਸਿਧਾਂਤ ਤੋਂ ਛੜਕ ਨਾ ਜਾਏ ਕਦੀ। ਸੱਚੀ ਮੁੱਚ ਨਹੀਂ ਤੇ ਲੋਕਾਂ ਨੇ ਕਹਿਣਾ ਜੀ ਆਹ ਉਹੀ ਬੰਦਾ ਸੀ ਜਿਹੜਾ ਫਲਾਣਾ ਲੈਕਚਰ ਕਰਦਾ ਹੁੰਦਾ ਸੀ ਜਾਂ ਉਹ ਕਰਦਾ ਹੁੰਦਾ ਸੀ, ਠੀਕ ਨਹੀਂ। ਸੋ ਇਹ ਹੈ ਕਿ ਆਪਣੇ ਸਿਧਾਂਤ ਤੇ ਖੜੇ ਰਹਿਣਾ ਔਰ ਖੜੇ ਰਹਿਣ ਦੀ ਅਰਦਾਸ ਕਰਦੇ ਰਹਿਣਾ, ਇਹ ਬੜੀ ਵੱਡੀ ਗੱਲ ਹੈ ਜੀ। ਸੱਚੀ ਗੱਲ ਆ ਭਾਜੀ। ਔਰ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਭਾਜੀ, ਅਰਦਾਸ ਸੁਣੀ ਜਾਂਦੀ ਆ ਹਨਾ। ਕਿਉਂਕਿ ਮੈਂ ਤੁਹਾਨੂੰ ਉਹੀ ਕਹਿੰਦੇ, ਪਤਾ ਨਹੀਂ ਭਾਜੀ ਕਦੋਂ ਲੱਗ ਜਾਣਾ ਕੁਛ, ਤੇ ਉਹ ਵਾਹਿਗੁਰੂ ਅੱਗੇ ਅਰਦਾਸ ਹੀ ਹੋਵੇ, ਉਹਨੇ ਤੁਹਾਨੂੰ ਬਚਾਉਣਾ ਹੈ, ਉਹਨੇ ਬਚਾਉਣਾ ਹਨਾ, ਉਹਨੇ ਬਚਾਉਣਾ ਹੈ। ਤੁਸੀਂ ਜਿੰਨਾ ਮਰਜ਼ੀ ਕੁਛ ਚੰਗਾ ਕਰ ਲਓ ਭਾਜੀ, ਕਈ ਵਾਰ ਨਾ ਕੋਈ ਕਲੰਕ ਲੱਗਣਾ ਹੈ, ਔਰ ਇਹੋ ਜਿਹਾ ਕਲੰਕ ਲੱਗਣਾ ਹੈ, ਤੇ ਜਿੰਨੀ ਤੁਸੀਂ ਆ ਭਾਜੀ ਲੋਕਾਂ ਨੂੰ ਮੋਟੀਵੇਟ ਕਰ ਰਹੇ ਹੋ ਨਾ, ਲੋਕ ਹੋ ਰਹੇ ਆ। ਔਰ ਇਹੋ ਜਿਹੇ ਲੋਕ ਜਿਹੜੇ ਕਿ ਬਹਾਨੇ ਹੀ ਭਾਲਦੇ ਹੁੰਦੇ ਆ, ਔਰ ਦੇਖ ਮਾੜੇ ਨੂੰ ਮਾੜਾ ਭਾਜੀ ਉਹਨਾਂ ਨਹੀਂ ਕਹਿੰਦੇ, ਜਿੰਨਾ ਕੋਈ ਵਧੀਆ ਕੰਮ ਕੀਤੇ ਨਾ ਉਹ ਤੋਂ ਕੁਝ ਗਲਤੀ ਹੋ ਜੇ ਉਹਨੂੰ ਤਾਂ ਬਰਦਾਸ਼ਤ ਹੀ ਨਹੀਂ ਕਰਦੇ ਜੀ। ਆਪ ਨੂੰ ਬਰਦਾਸ਼ਤ ਨਹੀਂ ਕਰਦੇ ਯਾਰ, ਬਿਲਕੁਲ ਠੀਕ ਹੈ ਜੀ। ਰੈਡੀ ਕਾਰਤਿਕ, ਜੇ ਹੋ ਸਕਿਆ ਪਿਕਚਰ ਵਿੱਚ ਸ਼ੇਅਰ ਕਰੀ। ਸਵਾਗਤ ਜੀ ਇੱਕ ਵਾਰ ਫਿਰ ਦੇਸੀ ਰੰਗ ਸ਼ੋਅ ਦੇ ਵਿੱਚ, ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ। ਧੰਨਵਾਦ ਢੀਂਡਸਾ ਸਾਹਿਬ ਤੁਹਾਡੀ ਕਾਲ ਕਰਨ ਲਈ। ਤੁਸੀਂ ਬੜਾ ਹੌਸਲਾ ਅਫਜ਼ਾਈ ਕਰਦੇ ਹੋ ਜਦੋਂ ਵੀ ਸ਼ੋਅ ਕਰੀਦਾ, ਕੋਸ਼ਿਸ਼ ਕਰੀਦਾ, ਤੁਹਾਡੇ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਜਵੰਦਾ ਸਾਹਿਬ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ, ਔਰ ਹੋਰ ਤੁਹਾਡੀਆਂ ਪ੍ਰੋਗਰਾਮ ਤੋਂ ਬਾਅਦ ਬਹੁਤ ਸਾਰੀਆਂ ਮੇਰੇ ਸੈੱਲਫੋਨ ਦੇ ਕੋਲ ਆਉਂਦੀਆਂ, ਕਈ ਨਹੀਂ ਵੀ ਚੱਕੀ ਜਾਂਦੀਆਂ, ਰਜੇਵੀ ਕਰਕੇ, ਉਹਦੇ ਲਈ ਮਾਫੀ। ਤੇ ਕੋਸ਼ਿਸ਼ ਹੁੰਦੀ ਹੈ ਕਿ ਜ਼ਰੂਰ ਤੁਹਾਡੇ ਨਾਲ ਜਦੋਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਕਾਲ ਕਰਦੇ ਨਾ, ਤੁਹਾਡੇ ਨਾਲ ਗੱਲਾਂ ਬਾਤਾਂ, ਬੜਾ ਕੁਝ ਸਿੱਖਣ ਨੂੰ ਮਿਲ ਜਾਂਦਾ ਤੁਹਾਡੇ ਤੋਂ, ਹਨਾ। ਤੇ ਉਹੀ ਫਿਰ ਇੱਥੇ ਆ ਕੇ ਬੈਠ ਕੇ ਪ੍ਰੋਗਰਾਮ ਕਰ ਲਈਦਾ ਹੈ। ਸੋ ਹੁਣ ਗੱਲਬਾਤ ਕਰਾਂਗੇ ਹਰਪ੍ਰੀਤ ਜਵੰਦਾ ਸਾਹਿਬ ਨਾਲ ਵਿਨੀਪੈਗ ਸ਼ਹਿਰ ਦੀ। ਸੋ ਕਹਿੰਦੇ ਪਿਛਲੇ ਵੀਕ ਕਾਫੀ ਉੱਥੇ ਸਟੋਰਮ ਆਇਆ ਹੋਇਆ ਸੀਗਾ, ਸੋ ਵਿਨੀਪੈਗ ਵਾਲੇ ਨੇ ਦੁੱਧ ਮੁਕਾਤਾ ਕਹਿੰਦੇ। ਜਵੰਦਾ ਸਾਹਿਬ ਜੀ ਆਇਆਂ ਨੂੰ। ਹਾਂਜੀ ਸ਼ੁਕਰੀਆ ਜੀ ਬਰਾੜ ਸਾਹਿਬ, ਇੱਕ ਵਾਰੀ ਫੇਰ ਤੇ ਕੀ ਹਾਲ ਚਾਲ ਆ? ਪਹਿਲਾਂ ਤਾਂ ਜੀ ਦੱਸੋ, ਜਿਹੜਾ ਸਟੋਰਮ ਬੜਾ ਮਤਲਬ ਅਪ੍ਰੈਲ ਦੇ ਮੰਥ ਦੇ ਵਿੱਚ ਲੱਗਦਾ ਸੀਗਾ ਕਿ ਮੌਸਮ ਕਾਫੀ ਠੀਕ ਹੋ ਜਾਂਦਾ ਹੈ ਨਾ, ਤੇ ਵਿਨੀਪੈਗ ਵਾਲਿਆਂ ਨੂੰ ਭਾਜੜਾ ਪਾਤੀਆਂ, ਤੇ ਵਿਨੀਪੈਗ ਵਾਲਿਆਂ ਨੇ ਸ਼ਹਿਰ ਦੇ ਜਿਹੜੇ ਗਰੋਸਰੀ ਸਟੋਰ ਆ ਉਹਨਾਂ ਨੂੰ ਭਾਜੜਾ ਪਾਤੀਆਂ ਜੀ। ਜੀ ਮੈਂ ਉਹਦਾ ਤੁਹਾਨੂੰ ਦੱਸਦਾ ਰੀਜ਼ਨ ਕੀ ਹੋਇਆ ਸੀ। ਜਿਹੜਾ ਲੋਕਲ ਮੀਡੀਆ, ਲੋਕਲ ਜਿਹੜੇ ਨੇ ਚੈਨਲ ਹੈਗੇ ਨੇ ਜੀ, ਜਿਹੜੇ ਨੈਸ਼ਨਲ ਮੀਡੀਆ ਹੈ, ਸੋਸ਼ਲ ਮੀਡੀਆ ਹੈ ਜੀ, ਉਹਨਾਂ ਨੇ ਇੱਕ ਇੰਨਾ ਵੱਡਾ ਹਾਈਪ ਕ੍ਰੀਏਟ ਕਰ ਦਿੱਤਾ ਸੀ ਜੀ, ਲੋਕੀ ਪੈਨਿਕ ਹੋ ਗਏ। ਠੀਕ ਹੈ ਜੀ। ਲੋਕੀ ਉਸੇ ਤਰ੍ਹਾਂ ਪੈਨਿਕ ਹੋਏ ਜਿਸ ਤਰ੍ਹਾਂ ਉਸ ਤੋਂ ਵੀ ਰਾਦਰ 2 ਸਟੈਪ ਅੱਗੇ ਚਲੇ ਗਏ ਜਦੋਂ ਕੋਵਿਡ ਸਟਾਰਟ ਹੋਇਆ ਸੀ। ਤੁਹਾਨੂੰ ਪਤਾ ਇੱਕ ਲੋਕਡਾਊਨ ਲੱਗਣ ਦੀ ਤਿਆਰੀ ਸੀ ਉਦੋਂ, ਉਸ ਤੋਂ ਵੀ ਜ਼ਿਆਦਾ ਹੋ ਗਿਆ ਜੀ। ਠੀਕ ਹੈ, ਬਿਮਾਰੀ ਦਾ ਪ੍ਰਕੋਪ ਹੈ ਜੀ, ਇਹਦੇ ਠੀਕ ਹੈ, ਕੁਦਰਤੀ ਪ੍ਰਕੋਪ, ਪਤਾ ਨਹੀਂ ਜਿੰਦਾ ਰਹਿਣਾ ਕਿ ਨਹੀਂ, ਬਚਣਾ ਕਿ ਨਹੀਂ, ਠੀਕ ਹੈ ਜੀ। ਤੇ ਉਹ ਕਾਫੀ ਸ਼ਾਰਟੇजेस ਆਈਆਂ। ਮੈਂ ਖੁਦ ਤੁਹਾਨੂੰ ਦੱਸਦਾ ਕਿ ਇੱਕ ਭੈਣ ਸੀ ਸਾਡੀ ਜੀ, ਉਹਨਾਂ ਨੇ ਤਕਰੀਬਨ 10-12 ਕੇਨੀਆਂ ਦੀਆਂ ਦੁੱਧ ਦੀਆਂ, ਉਹ ਜਿਹੜੀ ਕਾਟੇਜ ਹੁੰਦੀ ਹੈ, ਜਿਹੜੀ ਰੇਹੜੀ ਹੁੰਦੀ, ਉਹਦੇ ਵਿੱਚ ਰੱਖੀਆਂ ਸੀ, ਔਰ ਉੱਪਰ ਉਹਨੂੰ ਕੱਪੜਾ ਪਾ ਕੇ ਢੱਕਿਆ ਹੋਇਆ ਸੀ ਜੀ। ਇਸ ਕਰਕੇ ਢੱਕਿਆ ਹੋਇਆ ਸੀ ਕਿ ਨਜ਼ਰ ਨਾ ਲੱਗਦੇ, ਜਾਂ ਇਸ ਕਰਕੇ ਕਿ ਕੋਈ ਮੰਗ ਨਾ ਲਵੇ।
ਦਾਇਰ ਕਿ ਇੱਕ ਪੰਜਾਬ 'ਚ ਹੁੰਦਾ ਹੈ ਕਿ ਚੀਜ਼ ਲੁਕਾ ਕੇ ਖੜਦੇ ਇੱਕ ਦੂਜੇ ਦੇ ਘਰਾਂ 'ਚ ਕਿ ਕੋਈ ਮੰਗ ਨਾ ਲਵੇ ਇੱਥੋਂ, ਹਨਾ। ਜੀ, ਹੋਰ ਜਵੰਦਾ ਸਾਹਿਬ ਕਹਿਣ ਦੋ ਕੈਨੀਆਂ ਦੇ ਦੋ ਵੀ ਮੈਨੂੰ ਨਹੀਂ ਮਿਲੀਆਂ ਹੈ। ਮੈਨੂੰ ਨਹੀਂ ਪਈਆਂ, ਹਾਂਜੀ ਜੀ। ਪਰ ਉਹ ਹੈ ਵੀ ਉਸ ਚੀਜ਼ ਨੂੰ ਦੇਖ ਕੇ ਨਾ ਤੇ ਹੈਰਾਨਗੀ ਜ਼ਰੂਰ ਹੋਈ, ਨਾ ਗੁੱਸਾ ਆਇਆ, ਨਾ ਕੋਈ ਐਮਬੈਰਸਮੈਂਟ ਹੋਈ ਜੀ। ਇਹ ਅਸੀਂ ਹੋਲਡਿੰਗ ਕਰਦੇ ਆਏ ਆ, ਪਿੱਛੋਂ ਕਰਦੇ ਆਏ ਆ। ਸਾਡਾ ਉਹ ਕਰੈਕਟਰ ਨਹੀਂ ਹੈ ਜਿਹੜਾ ਜਾਪਾਨ 'ਚ ਐਗਜ਼ਿਸਟ ਕਰਦਾ ਹੈ। ਕਿ ਜਾਪਾਨ 'ਚ ਕੀ ਹੈ ਜੀ, ਬਰਾੜ ਸਾਹਿਬ, ਉੱਥੋਂ ਦਾ ਨੈਸ਼ਨਲ ਕਰੈਕਟਰ ਹੈ। ਅਗਰ ਗੰਢਿਆਂ ਦੀ ਸ਼ਾਰਟੇਜ ਹੋ ਗਈ ਹੈ ਨਾ, ਲੋਕ ਗੰਢੇ ਯੂਜ਼ ਕਰਨਾ ਘੱਟ ਕਰ ਦਿੰਦੇ ਆ ਜੀ। ਅਗਰ ਜਿਹੜੇ ਟਮਾਟਰ ਜਿਹੜੇ ਨੇ ਉਹਨਾਂ ਦੀ ਪ੍ਰੋਡਕਸ਼ਨ ਘੱਟ ਹੋ ਗਈ ਕਿਸੇ ਸਾਲ 'ਚ, ਅਗਰ 50% ਘੱਟ ਹੋਈ ਹੈ ਤਾਂ ਲੋਕਾਂ ਨੇ 50% ਕੰਜ਼ੰਪਸ਼ਨ ਘਟਾ ਦੇਣੀ ਉਹਦੀ ਜੀ। ਉਹਦੀ ਕਦੀ ਵੀ ਪ੍ਰਾਈਸ ਨਹੀਂ ਵਧਦੀ ਇਸ ਕਰਕੇ। ਤੇ ਸਾਡਾ ਕਰੈਕਟਰ ਇਹ ਹੈ ਕਿ ਆਪਾਂ ਹੋਲਡਿੰਗ ਕਰਦੇ ਹਾਂ, ਜਮਾ ਕਰਦੇ ਚੀਜ਼ ਨੂੰ, ਔਰ ਉਹ ਚੀਜ਼ ਹੋਈ ਵਿਨੀਪੈਗ ਦੇ ਵਿੱਚ। ਔਰ ਤੁਸੀਂ ਮੰਨੋਗੇ ਨਹੀਂ ਕਿ ਸਟਾਰਮ ਤੋਂ 3 ਦਿਨ ਬਾਅਦ, ਘੱਟੋ ਘੱਟ 3 ਦਿਨ ਬਾਅਦ ਸਟੋਰਾਂ ਤੇ ਦੁੱਧ ਨਹੀਂ ਸੀ ਹੈ। ਇਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਥੋੜਾ ਜਿਹਾ ਸੋਚ ਸਾਡੀ ਚੇਂਜ ਹੋਏ, ਥੋੜੀ ਜਿਹੀ ਮਾਨਸਿਕਤਾ 'ਚ ਫਰਕ ਪਏ ਥੋੜਾ ਜਿਹਾ। ਸੱਚੀ ਭਾਜੀ। ਔਰ ਇੱਥੇ ਵੀ ਆਪਣਾ ਕੋਵਿਡ ਵਾਲਾ ਹੋਇਆ ਸੀ ਭਾਜੀ, ਗਰੋਸਰੀ ਸਟੋਰਾਂ ਤੇ ਆਟਾ ਮੁਕਾਤਾ, ਧੱਕਾ ਮੁੱਕੀ ਲੜੀ ਜਾਂਦੇ ਆ ਜੀ ਇੱਥੇ, ਹਨਾ। ਸਾਡੇ ਦੇ ਇੱਥੇ ਬਾਹਲੇ ਡਰਾਮੇ ਹੁੰਦੇ ਆ ਜੀ ਵੈਸੇ ਟੋਰਾਂਟੋ ਦੇ ਵਿੱਚ ਤਾਂ। ਹਰ ਇੱਕ ਜਗ੍ਹਾ ਹੁੰਦੇ ਆ। ਅੱਛਾ, ਸਾਰੇ ਹੁੰਦੇ ਜੀ। ਸਾਰੀ ਜਗ੍ਹਾ ਹੁੰਦੇ ਆ। ਕਹਿੰਦੇ ਤਾਏ ਦੀ ਕੁੜੀ ਚੱਲੀ ਤੇ ਮੈਂ ਕਿਉਂ ਰਵਾਂ ਕੱਲੀ, ਹੈ ਕਹਿੰਦੇ ਕੱਲੇ ਨਹੀਂ ਰਹਿਣਾ ਸਾਰੇ ਕਿਤੇ। ਹੁਣ ਆਪਾਂ ਮੈਗਾ ਸਿਟੀ ਹੋਣ ਕਰਕੇ ਤੁਹਾਡੇ ਸ਼ਹਿਰ 'ਚ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਉਹ ਵੀ ਹਾਈਲਾਈਟ ਹੁੰਦੀਆਂ ਨੇ, ਹੋਰ ਕ੍ਰਾਈਮ ਜਿਹੜੇ ਨੇ ਉਹ ਵੀ ਹਾਈਲਾਈਟ ਹੁੰਦੇ ਆ। ਆ ਜਿਹੜੀ ਹੋਲਡਿੰਗ ਹੈ, ਜਿਹੜੀ ਜਮਾਬੰਦੀ ਹੈ, ਜਮਾਖੋਰੀ ਹੈ, ਇਹ ਹਾਈਲਾਈਟ ਹੁੰਦੀ ਹੈ। ਲੇਕਿਨ ਇਹ ਜਿਹੜਾ ਪ੍ਰਕਰਨ ਹੈਗਾ, ਜਿਹੜਾ ਇਹ ਪ੍ਰੋਸੈਸ ਹੈਗਾ, ਹਰ ਸ਼ਹਿਰ 'ਚ ਹੁੰਦਾ, ਠੀਕ ਹੈ ਜੀ। ਕਿਤੇ ਛੋਟੀ ਤੇ ਕਿਤੇ ਜ਼ਿਆਦਾ। ਹੋਰ ਮਾਰਕੀਟ ਕਿੱਦਾਂ ਹੁਣ ਨਾਰਮਲ ਹੈ ਜੀ, ਤੇ ਕਿਸ ਤਰ੍ਹਾਂ ਮਾਰਕੀਟ ਜਾਂ ਹੋਰ ਅਪਡੇਟ ਕੀ ਹੈਗੀਆਂ ਵਿਨੀਪੈਗ ਸ਼ਹਿਰ ਦੀਆਂ ਜੀ? ਮਾਰਕੀਟ, ਰੀਅਲ ਸਟੇਟ ਮਾਰਕੀਟ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਥੋੜੀ ਜਿਹੀ ਮੌਸਮ ਦੀ ਗੱਲ ਕਰਨੀ ਚਾਹੁੰਦਾ ਜੀ। ਤੇ ਹੁਣ ਜਿਹੜਾ ਬਾਹਰ ਦਾ ਮਾਹੌਲ ਹੈ, ਸੜਕਾਂ ਤੇ ਮਾਹੌਲ ਹੈ, ਉਹ ਇਦਾਂ ਦਾ ਜਿਸ ਤਰ੍ਹਾਂ ਫਰਵਰੀ ਐਂਡ 'ਚ ਕਿਸੇ ਸਾਲ ਜਦੋਂ ਬਹੁਤ ਅਰਲੀ ਮੈਲਟ ਹੋ ਗਈ ਸੀ, ਫੈਬਰੂਰੀ ਐਂਡ 'ਚ ਜੋ ਹੁੰਦਾ ਸੀ ਨਾ, ਜਿਸ ਤਰ੍ਹਾਂ ਦੀ ਬਰਫ਼ ਹੁੰਦੀ ਸੀ ਸੜਕਾਂ ਦੇ ਦੁਆਲੇ ਜੀ, ਸਾਈਡ ਵਾਕਾਂ ਤੇ, ਉਹ ਹੁਣ ਹੈ ਜੀ ਅਪ੍ਰੈਲ 'ਚ। ਉਹ ਮੇਰੇ 16-17 ਸਾਲ ਦੀ ਡਿਊਰੇਸ਼ਨ ਦੇ ਦੌਰਾਨ ਮੈਂ ਇਸ ਤਰ੍ਹਾਂ ਦਾ ਪ੍ਰੋਸੈਸ ਕਦੀ ਦੇਖਿਆ ਨਹੀਂ ਕਿ ਬਰਫ਼ ਇੰਨੀ ਲੰਬੀ ਜਿਹੜੇ ਹੈ ਚੱਲੇ। ਔਰ ਇਹ ਪ੍ਰੀਕਰਸਰ ਦੱਸ ਰਹੇ ਨੇ ਲੋਕ ਜਿਹੜੇ ਨੇ, ਜਿਹੜੇ ਐਕਸਪਰਟ ਨੇ, ਕਿ ਸ਼ਾਇਦ ਗਰਮੀ ਵੀ ਆਪਣਾ ਚੰਗਾ ਪ੍ਰਕੋਪ ਦਿਖਾਊਗੀ ਇਸ ਵਾਰੀ। ਐਕਸਪਰਟ ਕਹਿ ਰਹੇ ਨੇ, এনवायरमेंटल ਐਕਸਪਰਟ ਕਹਿ ਰਹੇ ਨੇ ਕਿ ਜੁਲਾਈ ਦੇ ਅਖੀਰ 'ਚ ਅਗਸਤ ਸਤੰਬਰ ਤੱਕ ਜਾ ਸਕਦਾ ਜਿਹੜਾ ਸਮਰ ਸੀਜ਼ਨ ਹੈ। ਚਲੋ ਇਹ ਗੱਲ ਹੈ ਕਿ ਜਿਹੜਾ ਪਿੱਛੋਂ ਲੇਟ ਆਇਆ ਹੈ, ਲੇਟ ਪ੍ਰੋਸੈਸ ਹੋਇਆ, ਅੱਗੋਂ ਵੀ ਥੋੜਾ ਲੇਟ ਹੋ ਕੇ ਲੋਕਾਂ ਨੂੰ ਕੰਪਨਸੇਟ ਹੋ ਜਾਏਗੀ ਜਿਹੜੀ ਸਮਰ ਜਿਹੜਾ ਪ੍ਰੋਸੈਸ ਹੈ, ਸਮਰ ਦਾ ਜਿਹੜਾ ਮੌਸਮ ਹੈ, ਗੱਲ ਹੈ। ਇਹਦੇ ਨਾਲ ਪੂਰਾ ਜਿਹੜਾ ਓਵਰਆਲ ਸਾਈਕਲ ਹੈ ਫਸਲਾਂ ਦਾ, ਉਹ ਤੇ ਕਾਫੀ ਮਾੜਾ ਇਫੈਕਟ ਪੈਂਦਾ, ਕਿਉਂਕਿ ਕਿਸਾਨ ਜਿਹੜੇ ਬਹੁਤ ਜ਼ਿਆਦਾ ਔੜ ਤੋਂ ਮਾਰੇ ਸੀ ਪਿਛਲੇ 3-4 ਸਾਲ ਤੋਂ, ਉਹਨਾਂ ਨੇ ਪ੍ਰੇ ਕੀਤਾ ਸੀ ਕਿ ਬਰਫ਼ ਪਏ, ਠੀਕ ਹੈ ਜੀ। ਜਿਹੜੇ ਹਾਈਡਲ ਪ੍ਰੋਜੈਕਟ ਹੈ, ਬਿਜਲੀ ਦੇ ਬਣਦੇ ਜਿਹੜੇ ਡੈਮ ਬਣਾਏ ਨੇ, ਉਹਨਾਂ ਵਾਸਤੇ ਵੀ ਬਰਫ਼ ਚਾਹੀਦੀ ਸੀ ਜੀ, ਲੇਕਿਨ ਇੰਨੀ ਨਹੀਂ ਜਿੰਨੀ ਪੈ ਚੁੱਕੀ ਹੈ। ਕਿਉਂਕਿ ਇਹਦੇ ਨਾਲ ਹੁਣ ਜਿਹੜੇ ਰੂਰਲ ਮਿਊਨਿਸਪੈਲਿਟੀਜ਼ ਹੈ, ਉੱਥੇ ਹੜ੍ਹ ਦਾ ਖਤਰਾ ਆ ਗਿਆ ਜੀ। ਤੁਸੀਂ ਦੇਖਿਆ ਹੋਏਗਾ ਕਿ ਤੁਹਾਡੇ ਵੀ ਟੋਰਾਂਟੋ 'ਚ ਜਿਹੜੇ ਦੂਰ ਦਰਾਡੇ ਕੰਟਰੀ ਸਾਈਡ ਤੇ ਘਰ ਬਣਦੇ ਆ, ਥੋੜੇ ਜਿਹੇ ਆਪਣੇ ਜਿਹੜਾ ਆਊਟਰ ਸਰਫੇਸ ਆ ਉਤੋਂ ਉੱਚੇ ਬਣਾਏ ਜਾਂਦੇ ਆ ਥੋੜਾ ਜਿਹਾ। ਬਿਲਕੁਲ ਬਿਲਕੁਲ। ਉਹ ਇਸੇ ਕਰਕੇ ਹੁੰਦਾ ਹੈ ਕਿ ਇੱਕ ਉਹਨਾਂ ਨੂੰ ਜਿਹੜਾ ਅਪਰੋਚ ਕਰਦਾ ਰਾਹ ਉਹ ਵੀ ਉੱਚਾ ਬਣਾਇਆ ਜਾਂਦਾ ਕਿ ਕਿਤੇ ਹੜ੍ਹ ਆਉਣ ਦੀ ਸੂਰਤ ਦੇ ਵਿੱਚ ਉੱਥੇ ਐਕਸੈਸਿਬਿਲਿਟੀ ਨਾ ਕਰਦੇ। ਸੇਮ ਚੀਜ਼ ਇੱਥੇ ਹੈ, ਲੇਕਿਨ ਉਹ ਮੈਂ ਕਈ ਵਾਰੀ ਦੇਖਿਆ ਕਿ ਜਿਹੜੇ ਰਾਹ ਬਣੇ ਨਾ ਉਹਨਾਂ ਦੇ ਉੱਤੇ ਪਾਣੀ ਹੈ ਜੀ, ਠੀਕ ਹੈ ਜੀ। ਔਰ ਇਹ ਜਿਹੜਾ ਹੁਣ ਅੱਗੋਂ ਪਲੱਸ ਟੈਂਪਰੇਚਰ ਹੋਣ ਵਾਲਾ ਹੈ, ਉਹਦੇ 'ਚ ਹੋਰ ਖਤਰਾ ਹੈ। ਔਰ ਜਿਹੜੀਆਂ ਕ੍ਰੀਕਸ ਨੇ, ਜਿਹੜਾ ਬਰਫ਼ ਦਾ ਪਾਣੀ, ਬਰਫ਼ ਜਦੋਂ ਪਾਣੀ ਬਣ ਜਾਂਦੀ ਹੈ ਤੇ ਉਸ ਪਾਣੀ ਨੂੰ ਦਰਿਆ ਤੱਕ ਲੈ ਕੇ ਜਾਂਦੀਆਂ, ਉਹ ਬਲੌਕ ਹੋਈਆਂ ਪਈਆਂ ਨੇ। ਕੁਝ ਲੋਕਾਂ ਨੇ ਤੇ ਉਹ ਕਰਵਾ ਲਈਆਂ ਸਾਫ਼, ਲੇਕਿਨ ਕੁਝ ਏਰੀਆਜ਼ 'ਚ ਉਹ ਬਲੌਕ ਕੀਤੀਆਂ ਪਈਆਂ ਨੇ। ਪੁਲਾਂ ਦੇ ਥੱਲੇ ਉਹ ਪਾਣੀ ਲੰਘਣਾ ਮੁਸ਼ਕਿਲ ਹੈ, ਉਹ ਸਾਰਾ ਫਿਰ ਇਕੱਠਾ ਹੋ ਕੇ ਉਹ ਫਲੱਡ ਦਾ ਰੂਪ ਮੈਂ ਖੁਦ ਦੇਖਿਆ ਹੈਗਾ। ਕੱਲ ਮੈਂ ਗਿਆ ਸੀ, ਕੱਲ ਪਰਸੋਂ। ਇਹ ਚੀਜ਼ਾਂ ਨੇ। ਔਰ ਜਦੋਂ
ਪਾਣੀ ਡਰੇਨ ਆਊਟ ਨਹੀਂ ਹੁੰਦਾ, ਕਿਉਂਕਿ ਥੱਲੇ ਜਿਹੜਾ ਸਰਫੇਸ ਹੈ ਉਹ ਪਾਣੀ ਨਾਲ ਨਕੋ ਨਕ ਭਰਿਆ ਹੋਇਆ। ਹਾਲਾਂਕਿ ਸਾਡੇ ਵਾਂਗੂ ਬੰਬੀਆਂ ਵਾਲਾ ਰਿਵਾਜ ਨਹੀਂ ਇੱਥੇ, ਨਾ ਹੀ ਸਰਕਾਰ ਅਲਾਉ ਕਰਦੀ ਹੈ। ਸੋ ਉਹ ਜਿਹੜੀ ਸੀਪੇਜ ਆ ਪਾਣੀ ਦੀ ਉਹ ਥੱਲੇ ਧਰਤੀ 'ਚ ਨਹੀਂ ਹੁੰਦੀ, ਉਹ ਸਿਰਫ ਵਗ ਕੇ ਬਾਹਰ ਜਾਣਾ ਹੁੰਦਾ। ਸੋ ਅਗਰ ਉਹ ਪਾਣੀ ਖਲੋਤਾ ਰਹਿੰਦਾ ਫਿਰ ਕਣਕ ਦਾ ਜਿਹੜਾ ਸੀਜ਼ਨ ਆ ਉਹ ਵੀ ਥੋੜਾ ਲੇਟ ਹੋਏਗਾ ਮੇਰੇ ਖਿਆਲ 'ਚ। ਠੀਕ ਹੈ ਜੀ। ਅੱਛਾ, ਵਿਨੀਪੈਗ ਦੇ ਵਿੱਚ ਕਣਕ ਮਿਲ ਦਾ ਬਹੁਤ ਪੈਦਾ ਹੁੰਦੀ ਹੈ ਜਵੰਦਾ ਸਾਹਿਬ? ਬਹੁਤ ਜ਼ਿਆਦਾ। ਦੋ ਹੀ ਸੂਬੇ ਨੇ, ਮੈਨੀਟੋਬਾ ਤੇ ਸਸਕੈਚੁਅਨ। ਐਲਬਰਟਾ 'ਚ ਵੀ ਕਣਕ ਹੁੰਦੀ ਹੈ, ਸਭ ਤੋਂ ਜ਼ਿਆਦਾ ਕਣਕ ਸਾਡੇ ਪ੍ਰੋਵਿੰਸ 'ਚ ਹੁੰਦੀ ਹੈ, ਪਰ ਹੁੰਦੀ ਵੀ ਬੜੀ ਕੁਇਕ ਹੈ। ਲਾਈਕ ਉਹਨਾਂ ਨੇ ਜੂਨ ਮਈ ਦੇ ਮਹੀਨੇ ਬੀਜ ਦੇਣੀ। ਨਾਰਮਲੀ ਮਈ ਦੇ ਮਿਡਲ 'ਚ ਬੀਜੀ ਜਾਂਦੀ ਸੀ, ਜੁਲਾਈ ਦੇ ਮਿਡਲ 'ਚ ਉਹ ਵੱਢੀ ਜਾਂਦੀ ਸੀ, 2 ਮਹੀਨੇ ਦੇ ਅੰਦਰ ਅੰਦਰ ਤਿਆਰ ਹੋ ਜਾਂਦੀ ਸੀ ਜੀ। ਉਸ ਤੋਂ ਬਾਅਦ ਬਰਾੜਾਂ ਦੀ ਚੱਕੀ ਤੁਹਾਡੇ ਮਸ਼ਹੂਰ ਹੈ, ਵਿਨੀਪੈਗ ਦੇ ਵਿੱਚ ਬਰਾੜ ਮਸ਼ਹੂਰ ਆ ਜੀ। ਤੇ ਹੁਣ ਆਪਾਂ ਜੀ 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 ਪਲੀਜ਼। ਰੀਅਲ ਐਸਟੇਟ ਦੀ ਗੱਲ ਇਸ ਤਰ੍ਹਾਂ ਹੈ ਜੀ ਕਿ ਇਧਰੋਂ ਉਧਰੋਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਜੀ। ਵੈਨਕੂਵਰ ਤੋਂ ਵੀ ਜਿਹੜਾ ਘਰ 1. ਕੱਲ ਹੀ ਮੈਂ ਇੱਕ ਪੜ੍ਹਿਆ ਸੀ, 1.3 ਦਾ 1.3 ਮਿਲੀਅਨ ਦਾ ਬਾਈ ਕੀਤਾ ਉਹਨੇ ਜੀ। ਪੋਜੈਸ਼ਨ ਉਹਦੀ ਹੈਗੀ ਆ ਮਈ ਦੇ ਮਹੀਨੇ 'ਚ ਜੀ, ਉਸੇ ਨੇਬਰਹੁੱਡ 'ਚ 1.1 ਦਾ ਵਿਕਿਆ ਘਰ। ਤੇ ਉਹ ਜਿਹੜਾ ਬਾਇਰ ਸੀ ਥੋੜਾ ਡਿਸਅਪੁਆਇੰਟਡ ਸੀ ਕਿ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਮਹਿੰਗਾ ਲੈਣਾ ਪੈ ਗਿਆ $2 ਲੱਖ ਜੀ। ਇਹ ਜਿਹੜਾ ਪ੍ਰੋਸੈਸ ਹੈ ਇੱਥੇ ਵੀ ਸਟਾਰਟ ਹੋਇਆ ਜੀ, ਥੋੜਾ ਜਿਹਾ ਸਲੋ ਡਾਊਨ ਹੋਈ ਹੈ। ਜਿੱਥੇ 20-25 ਆਫਰਾਂ ਸੀ ਉੱਥੇ 5-6 ਆਫਰਾਂ ਤੱਕ ਰਹਿ ਗਿਆ। ਤੇ ਆਸ ਕਰਦੇ ਹਾਂ ਕਿ ਜਿਹੜਾ ਨਾਰਮਲ ਪ੍ਰੋਸੈਸ ਹੁੰਦਾ ਸੀ ਵਿਨੀਪੈਗ ਦਾ, ਜਿਹੜਾ ਕਰੈਕਟਰ ਸੀ ਰੀਅਲ ਐਸਟੇਟ ਦਾ, ਉਹ ਮੁੜ ਕੇ ਉਹ ਆਏਗਾ ਆਪਣੀ ਲੀਹਾਂ ਤੇ। ਠੀਕ ਹੈ ਜੀ, ਜ਼ਰੂਰੀ ਹੈ ਭਾਜੀ। ਜਿਹੜਾ ਡਿਮਾਂਡ ਐਂਡ ਸਪਲਾਈ ਦਾ ਜਿਹੜਾ ਬੈਲੈਂਸ ਵਿਗੜਿਆ ਹੋਇਆ ਸੀ ਉਹ ਠੀਕ ਹੋਏਗਾ ਥੋੜਾ ਜਿਹਾ। ਸੋ ਰੀਅਲ ਐਸਟੇਟ ਜਿਹੜੀ ਆ ਉਹ ਭਾਜੀ ਕੱਲੀ ਜਵੰਦਾ ਸਾਹਿਬ ਕੱਲੀ ਰੀਅਲ ਐਸਟੇਟ ਨਹੀਂ, ਬਹੁਤ ਚੀਜ਼ਾਂ ਇਦਾਂ ਦੀਆਂ ਹੋਈਆਂ ਜਿਹੜੀਆਂ ਕਿ ਲੋੜ ਤੋਂ ਜ਼ਿਆਦਾ ਇਨਕਰੀਜ਼ ਹੋਏ ਰੇਟ, ਔਰ ਥੱਲੇ ਆਉਣੇ ਕਈ ਵਾਰ ਬੜੇ ਮੁਸ਼ਕਲ ਹੁੰਦੇ ਆ, ਹੈਨਾ। ਸੋ ਜੋ ਕੁਝ ਹੁਣ ਹੋਇਆ ਨਾ, ਹੋ ਸਕਦਾ ਕਈ ਵਾਰ ਅਸੀਂ ਗੱਲਾਂ ਕਰਦੇ ਹੁੰਦੇ ਇੱਥੇ ਕਿ ਇਹ ਸਰਕਾਰ ਨੂੰ ਤਕਰੀਬਨ 10 ਤੋਂ ਲੈ ਕੇ ਸਾਲ ਸਵਾ ਸਾਲ ਪਹਿਲਾਂ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਸੀ, ਔਰ ਹੋਰ ਬਹੁਤ ਕੁਝ ਹੋ ਰਿਹਾ ਹੈ ਨਾ। ਸੋ ਉਹਨਾਂ ਤੇ ਵੀ ਇਸ ਤਰ੍ਹਾਂ ਸਰਕਾਰ ਨੂੰ ਥੋੜਾ ਜਿਹਾ ਨਾ ਮਤਲਬ ਇਨਵੋਲਵਮੈਂਟ ਚਾਹੀਦੀ ਆ। ਪਰ ਕਈ ਵਾਰ ਤਾਂ ਸਰਕਾਰਾਂ ਵੀ ਹੁੰਦੀਆਂ ਜੀ ਅੰਨਾ ਵੰਡੇ ਰਿਓੜੀਆਂ ਮੁੜ ਆਪਣਿਆਂ ਨੂੰ, ਹੈ ਜਦੋਂ ਚੈਰਿਟੀ ਆ ਜਾਂਦੀ ਹੈ ਜੀ, ਫਲਾਨੀ ਚੈਰਿਟੀ ਆ, ਉਹੀ ਚੈਰਿਟੀ ਆ, ਧਿਉਂਕੀ ਚੈਰਿਟੀ ਆ, ਹੈ ਕਿਹਨੂੰ ਕੋਈ ਕਹੇ ਜਿਹਦੇ ਸੂਤ ਆ ਜਾਂਦਾ ਚੱਕ ਦਿੰਦੇ ਆ ਜੀ ਫੱਟੀ ਫਿਰ, ਹੈ। ਤੇ ਇੱਥੋਂ ਦੀ ਕੋਈ ਹੋਰ ਗੱਲਬਾਤ ਜਾਂ ਫਿਰ ਪੰਜਾਬ ਚੱਲੀਏ ਥੋੜਾ ਜਿਹਾ। ਪੰਜਾਬ ਦੇ ਵਿੱਚ ਵੀ ਮੈਂ ਕਹਿੰਦਾ ਹੁੰਦਾ ਜਵੰਦਾ ਸਾਹਿਬ ਥੋੜੀ ਝਾਤ ਜੀ ਮਾਰਦੀ ਰਿਹਾ ਕਰੀਏ, ਕਿਉਂਕਿ ਨਵੀਂ ਸਰਕਾਰ ਬਣੀ ਆ, ਕਾਫੀ ਕੁਝ ਨਿਕਲ ਰਿਹਾ, ਠੀਕ ਹੈ। ਤੇ ਇੱਕ ਜਿਹੜਾ ਹੋ ਰਿਹਾ ਕਾਫੀ ਚੇਂਜ ਆਈ, ਡਰ ਲੱਗਦਾ ਕਿਤੇ ਲੋਕ ਹਾਰ ਨਾ ਜਾਣ। ਤੇ ਕਈ ਵਾਰ ਨਾ ਫੇਸਬੁੱਕ ਤੇ ਜਵੰਦਾ ਸਾਹਿਬ ਇੱਕ ਦੂਜੇ ਨੂੰ ਸਿੰਘਾਂ ਤੇ ਚੱਕੀ ਫਿਰਦੇ ਆ ਬੰਦੇ, ਹੈਨਾ। ਹਰ ਪਾਰਟੀ ਦੇ ਸਪੋਰਟਰ ਆ ਜੀ, ਹੈਨਾ। ਜਦੋਂ ਕੋਈ ਦੂਜਾ ਲਿਖ ਦਿੰਦਾ, ਮੈਂ ਇੱਕ ਨਾ ਫੋਟੋ ਕਾਰਤਿਕ ਹੁਣਾਂ ਨੂੰ ਕਹੀ ਜੇ ਸ਼ੇਅਰ ਹੋ ਸਕਦੀ ਹੋਈ ਨਾ, ਸੋ ਮੈਨੂੰ ਲੱਗਦਾ ਨਹੀਂ ਉਹ ਸਹੀ ਹੋਊਗੀ। ਇੱਕ ਸ਼ਮਸ਼ਾਨ ਘਾਟ ਦੇ ਉੱਪਰ ਨਾ ਭਗਵੰਤ ਮਾਨ ਹੁਣਾਂ ਦੀ ਫੋਟੋ ਲਾਈ ਆ ਤੇ ਉਹਦੇ ਉੱਤੇ ਲਿਖਿਆ, ਮਤਲਬ ਕੱਟ ਕੇ ਲਾਈ ਆ ਜੀ, ਐਡਿਟ ਹੀ ਆ ਤਕਰੀਬਨ, ਮੈਂ 100% ਹੀ ਆ, ਕੱਟ ਕੇ ਲਾਈ ਆ, ਮੁਰਦਾ ਫੂਕਣ ਆਏ ਰਿਸ਼ਤੇਦਾਰਾਂ ਨੂੰ ਜ਼ੈਨ ਵੱਲੋਂ ਪੰਜਾਬ ਸਰਕਾਰ, ਹੈਨਾ। ਸੋ ਆਹ ਫੋਟੋ ਵਿੱਚ ਇਹਦੇ ਮਤਲਬ ਲਾਈ ਹੈ, ਜੇ ਕਾਰਤਿਕ ਦਿਖਾ ਸਕੇ। ਸੋ ਲਾਈਕ ਨਾ ਪਤਾ ਨਹੀਂ ਕਿਉਂ, ਮਤਲਬ ਇਹ ਨਹੀਂ ਮੈਂ ਭਗਵੰਤ ਮਾਨ ਦੀ ਜਾਂ ਕਿਸੇ ਦੀ ਵੀ ਹੋਵੇ, ਹੈਨਾ। ਸੁਖਵੀਰ ਬਾਦਲ ਹੋਣਾ ਦੀਆਂ ਇਸ ਤਰ੍ਹਾਂ ਦੀਆਂ ਬਹੁਤ ਲਾ ਦਿੰਦੇ ਆ ਕਈ ਵਾਰ ਲੋਕ, ਨਾ ਉਹ ਗਲਤ ਆ, ਹੈਨਾ। ਸੋ ਮੈਨੂੰ ਲੱਗਦਾ ਨਹੀਂ ਇਹ ਜਵੰਦਾ ਸਾਹਿਬ ਸੱਚ ਹੋਊਗੀ, ਪਤਾ ਨਹੀਂ ਕੀ। ਪੰਜਾਬ ਬਾਰੇ ਕਰੋ ਥੋੜੀ ਜਿਹੀ ਗੱਲਬਾਤ ਜੀ, ਕੀ ਕੁਝ ਦੇਖਦੇ ਹੋ? ਫੇਸਬੁੱਕ ਦੀ ਗੱਲਬਾਤ ਕਰ ਲਓ ਜੀ, ਜਿਹੜੇ ਇੱਕ ਦੂਜੇ ਨੂੰ ਲੋਕ ਸਿਰਾਂ ਤੇ ਚੱਕੀ ਫਿਰਦੇ ਆ। ਮੈਨੂੰ ਲੱਗਦਾ ਇਹ ਚਾਹੀਦਾ ਜੀ ਕੁਝ ਲਿਖ ਦਿੰਦੇ ਨਾ ਦੂਜੇ ਚੱਕ ਕੇ ਏਦਾਂ ਚੱਕ ਕੇ ਮਾਰਦੇ ਉੱਥੋਂ ਦੀ। ਤੁਸੀਂ ਦੇਖ ਰਹੇ ਹੋ ਮੈਨੂੰ ਜੀ, ਦੇਖ ਰਹੇ ਹੋ? ਹਾਂਜੀ, ਨਹੀਂ ਮੇਰਾ ਤੁਹਾਡੀ ਫੋਟੋ ਨਹੀਂ ਆ ਰਹੀ। ਅੱਛਾ, ਫੋਟੋ ਨਹੀਂ ਆ ਰਹੀ ਜੀ। ਹਾਂ, ਮੈਂ ਨਾਲ ਇਸ਼ਾਰੇ ਵੀ ਕਰ ਰਿਹਾ ਵੀ ਕਿੱਦਾਂ ਨਾ ਕਈ ਵਾਰ ਕੋਈ ਬਲਦ ਜਾਂ ਹੁੰਦਾ ਸੀ ਉਹ ਚੱਕ ਕੇ ਸਿੰਘ ਜੇ ਹਿਲਾ ਕੇ ਉੱਤੋਂ ਦੀ ਸੁੱਟਦਾ ਹੀ ਬੰਦਾ ਨਾ। ਸੋ ਸੋਸ਼ਲ ਮੀਡੀਆ ਤੇ ਏਦਾਂ ਚੱਕ ਕੇ ਮਾਰਦੇ ਆ ਭਾਜੀ ਉੱਤੋਂ ਦੀ ਇੱਕ ਦੂਜੇ। ਹਾਂਜੀ ਬਿਲਕੁਲ ਠੀਕ ਹੈ ਜੀ। ਮੈਂ ਜੇ ਤੁਸੀਂ ਭਗਵੰਤ ਮਾਨ ਸਰਕਾਰ ਦੀ ਗੱਲ ਕਰਦੇ ਹੋ ਜੀ, ਟੋਪੋਗ੍ਰਾਫਿਕਲੀ ਹਿਮਾਚਲ ਚ ਸੈਂਟਰ ਵਾਲਿਆਂ ਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ ਜੀ। ਰਾਜਸਥਾਨ ਚ ਉਹਨਾਂ ਦੀ ਸਰਕਾਰ ਹੈ, ਠੀਕ ਹੈ ਜੀ। ਔਰ ਜਿਹੜੀ ਜੰਮੂ ਕਸ਼ਮੀਰ ਜਿਹੜਾ ਉਹਨਾਂ ਨੇ ਰੀਸਟਰਕਚਰ ਕੀਤਾ ਉੱਥੇ ਉਹਨਾਂ ਦੀ ਸਰਕਾਰ ਹੈ, ਹਰਿਆਣੇ ਚ ਉਹਨਾਂ ਦੀ ਸਰਕਾਰ ਹੈ ਜੀ। ਇੱਕ ਪਾਸੇ ਬਾਰਡਰ ਪੈਂਦਾ ਹੈ ਤੇ ਇੱਕ ਕਿਸਮ ਨਾਲ ਘਿਰੀ ਹੋਈ ਹੈ ਸਰਕਾਰ ਐਡਵਰਸ ਸਿਚੁਏਸ਼ਨ ਦੇ ਵਿੱਚ, ਠੀਕ ਹੈ ਜੀ।
ਜਿਹੜਾ ਵੀ ਸਟੈਪ ਲੈਂਦੇ ਆ ਉਹਦੇ ਜਿਹੜੇ ਲੂਪ ਹੋਲਸ ਲੱਭ ਕੇ ਲੋਕੀ ਕ੍ਰਿਟਿਸਾਈਜ਼ ਪਹਿਲਾਂ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਕੁਝ ਕ੍ਰਿਟਿਸਿਜ਼ਮ ਜਿਹੜਾ ਉਹ ਜੈਨੂਇਨ ਵੀ ਹੈਗਾ, ਠੀਕ ਹੈ ਜੀ, ਹੋਣਾ ਚਾਹੀਦਾ ਜੀ। ਜੀ ਤੇ ਜਦੋਂ ਸੇਮ ਪਾਰਟੀ ਦਾ ਜਿਹੜਾ MP ਹੈ ਦਿੱਲੀ ਤੋਂ, ਉਹ ਇਹ ਕਹਿੰਦਾ ਕਿ ਪੰਜਾਬ ਕੋਲੋਂ ਹਰਿਆਣੇ ਨੂੰ ਪਾਣੀ ਦਵਾਉਣਾ ਹੈ ਜੀ, ਸਤਲੁਜ ਯਮੁਨਾ ਲਿੰਕ ਨਹਿਰ ਦੇ ਥਰੂ, ਤੇ ਜਿਹੜੇ ਵਿਚਾਰੇ ਇੱਥੋਂ ਜੁੜ ਕੇ ਗਏ ਨੇ ਜਾਂ ਜਿਹੜੇ ਇੱਥੋਂ ਦੇ ਮੈਂਬਰ ਹੈ ਉਹ ਦੁਚਿੱਤੀ 'ਚ ਪੈ ਜਾਂਦੇ ਕਿ ਹੁਣ ਕੀ ਕੀਤਾ ਕਿੱਦਾਂ ਜਾਏ। ਕਹਿਣ ਵਾਲਾ ਬੰਦਾ ਵੀ ਆਪਣਾ ਹੈ, ਆਪਣੀ ਪਾਰਟੀ ਦਾ, ਆਪਣੀ ਪਾਰਟੀ ਨੂੰ ਕਿਸ ਤਰ੍ਹਾਂ ਕ੍ਰਿਟਿਸਾਈਜ਼ ਕੀਤਾ ਜਾਏ, ਕਿੱਦਾਂ ਉਹਨੂੰ ਭੰਡਿਆ ਜਾਏ। ਸੋ ਇਹ ਹੈ ਕਿ ਨੈਸ਼ਨਲ ਲੈਵਲ ਤੇ ਜੋ ਵੀ ਇਹਨਾਂ ਦਾ ਪਾਲਿਸੀ ਜਿਹੜਾ ਮੈਟਰ ਸੈਟਅਪ ਕਰਦਾ ਹੈਗਾ, ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਕਿ ਇੱਕ ਥਾਲੀ 'ਚ ਰੋਟੀ ਚੱਕ ਕੇ ਦੂਜੀ 'ਚ ਭਰ ਦੇਣੀ ਤੇ ਦੂਜੀ ਖਾਲੀ ਹੋ ਗਈ, ਦੂਜੀ 'ਚ ਉਹ ਇੱਧਰ ਕਰ ਦੇਣੀ, ਠੀਕ ਹੈ ਜੀ। ਅਲਟੀਮੇਟਲੀ ਜਿਹੜੇ ਭੁੱਖੇ ਮਰਨੇ ਉਹ ਆਪਣੇ ਬੰਦੇ ਇਹਨਾਂ ਦੇ, ਜੇ ਸਮਝਦੇ ਤੇ, ਠੀਕ ਹੈ ਜੀ। ਸੋ ਇਹ ਚੀਜ਼ ਹੈ ਕਿ ਇਹੋ ਜਿਹੇ ਜਿਹੜੇ ਸੈਂਸਿਟਿਵ ਇਸ਼ੂਜ਼ ਹੈਗੇ ਉਹਨਾਂ ਤੇ ਸਟੇਟਮੈਂਟ ਦੇਣ ਤੋਂ ਪਹਿਲਾਂ ਜ਼ਰੂਰ ਸੋਚ ਲੈਣਾ ਚਾਹੀਦਾ, ਠੀਕ ਹੈ ਜੀ। ਅੱਛਾ, ਇੱਕ ਤਾਂ ਇਹ ਹੋ ਗਈ ਜਵਿੰਦਰ ਸਾਹਿਬ, ਟਾਈਮ ਭੱਜ ਜਾਂਦਾ, ਮੈਂ ਇੱਕ ਥੋੜਾ ਜਿਹਾ ਤੁਹਾਡੇ ਵਿਚਾਰ ਲੈਣਾ ਚਾਹੁੰਦਾ। ਭਗਵੰਤ ਮਾਨ ਸਾਹਿਬ ਦਾ ਜੇ ਤੁਸੀਂ ਬਿਆਨ ਸੁਣਿਆ ਹੋਵੇ ਨਾ, ਉਹ ਵਾਲਾ ਕਹਿੰਦੇ ਵੀ ਕਰਜ਼ਾ, ਔਖਾ ਟਾਈਮ ਹੋਇਆ, ਕਰਜ਼ਾ ਚੜਿਆ ਸਰਕਾਰ ਤੇ, ਬੜਾ ਮਾੜਾ ਸਮਾਂ ਸੀਗਾ, ਬੜੀਆਂ ਜਾਨਾਂ, ਅਨਮੋਲ ਜਾਨਾਂ ਉਹ ਜਿਹੜੀਆਂ ਜਵਾਨੀ ਦੇ ਵਿੱਚ ਪੈਰ ਧਰਦੀਆਂ ਸੀਗੀਆਂ, ਹਨਾ, ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋਇਆ ਉਸ ਟਾਈਮ, ਕਹਿੰਦੇ ਸਾਡਾ ਕਰਜ਼ਾ ਚੜਿਆ। ਪਰ ਉਸ ਤੋਂ ਕਈ ਜ਼ਿਆਦਾ ਗੁਣਾ ਕਰਜ਼ਾ ਬਾਅਦ ਦੇ ਵਿੱਚ ਚੜਿਆ, ਤੇ ਕਹਿੰਦੇ ਉਹ ਪਹਾੜਿਆਂ ਦੇ ਵਿੱਚ ਕਿਤੇ ਪਿਆ, ਕਹਿੰਦੇ ਫੜ ਕੇ ਲਿਆਉਣਾ ਉਹ ਪਹਾੜਾਂ ਦੇ ਵਿੱਚੋਂ ਕੱਢ ਕੇ। ਜੀ ਤੁਹਾਨੂੰ ਮੈਂ ਸਟੈਟਿਸਟਿਕਲੀ ਦੱਸਦਾ ਜੀ ਕਿ 93-94 ਜਦੋਂ ਇਹਨਾਂ ਨੇ ਕਲੇਮ ਕੀਤਾ ਕਿ ਆਪਾਂ ਜਿਹੜੀ ਮਿਲੀਟੈਂਸੀ ਹੈ, ਜਿਹੜਾ ਖਾੜਕੂਵਾਦ ਹੈ, ਉਹਨੂੰ ਕੰਟਰੋਲ ਕਰ ਲਿਆ ਸੀ, ਉਸ ਟਾਈਮ ਤੇ ਸੈਂਟਰ ਦਾ ਪੰਜਾਬ ਦੇ ਵੱਲ 23,000 ਕਰੋੜ ਕਰਜ਼ਾ ਸੀ, 23,000 ਕਰੋੜ ਰੁਪਈਆ, ਠੀਕ ਹੈ ਜੀ। ਇਹ ਮੈਂ 93-94 ਦੀ ਗੱਲ ਕਰਦਾ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਆਈਆਂ ਨੇ 27 ਲਾ ਲਓ ਜਾਂ 30 ਸਾਲ ਦੇ ਵਿੱਚ ਇਹ ਕਰਜ਼ਾ ਜਿਹੜਾ ਉਹ 10 ਗੁਣਾ ਵੱਧ ਗਿਆ, ਯਾਨੀ ਕਿ 2,70,000 ਯਾਨੀ ਕਿ 270 ਲੱਖ ਕਰੋੜ ਜੀ, 270 ਲੱਖ ਕਰੋੜ ਕਰਜ਼ਾ ਜਿਹੜਾ ਉਹ ਬਾਅਦ ਚ ਚੜਿਆ। ਔਰ ਜਿਹੜੀ ਵੀ ਪਾਰਟੀ ਆਈ ਹੈ ਉਹਨੇ ਇਹ ਨਹੀਂ ਕੀਤਾ ਕਿ ਪਿਛਲਾ ਕਰਜ਼ਾ ਜਿਹੜਾ ਉਹਨੂੰ ਘੱਟ ਕੀਤਾ ਜਾਏ। ਜਾਂ ਤੁਹਾਨੂੰ ਦੇਖਿਆ ਹੋਣਾ ਤੁਸੀਂ, ਇੱਕ ਪ੍ਰੋਸੈਸ ਹੁੰਦਾ ਸੀ ਬਾਣੀਏ ਦੀ ਹੱਟੀ ਦਾ ਉਧਾਰ ਜੀ, ਤੁਸੀਂ ਜਾਂਦੇ ਸੀ, ਤੁਸੀਂ ਸੌਦਾ ਚੱਕਦੇ ਸੀ, ਕਹਿੰਦੇ ਲਾਲਾ ਜੀ ਲਿਖ ਲਿਓ ਵਿੱਚ, ਲਾਲਾ ਜੀ ਨੇ ਕਿੰਨਾ ਲਿਖਿਆ, ਇਸ ਫਾਰਮੂਲੇ ਦੇ ਤਹਿਤ ਲਿਖਿਆ, ਤੁਹਾਨੂੰ ਉਹਦੇ ਨਾਲ ਕੋਈ ਨਹੀਂ, ਕਿਉਂਕਿ ਤੁਹਾਨੂੰ ਇਸੇ ਇਹੀ ਕਿਹੜਾ ਮੋੜਨਾ ਹੈਗਾ ਨਾ ਜੀ, ਠੀਕ ਹੈ ਜੀ। ਉਹ ਜਿਹੜਾ ਬਾਣੀਏ ਦਾ ਉਧਾਰ ਸੀ ਜਾਂ ਬੁੱਕ ਦੇ ਵਿੱਚ ਜਿਹੜਾ ਉਧਾਰੀ ਖਾਤਾ ਸੀ, ਵੱਧਦਾ ਗਿਆ, ਠੀਕ ਹੈ ਜੀ। ਉਹ 25-30 ਸਾਲ ਜਿਹੜਾ ਉਹ ਕਿਸੇ ਨੇ ਚੈੱਕ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੀ, ਨਾ ਹੀ ਉਹਨੂੰ ਆਡਿਟ ਕਰਵਾਇਆ ਵੀ ਤੁਸੀਂ ਇਹ ਐਡ ਕਿੱਦਾਂ ਕੀਤਾ, ਠੀਕ ਹੈ ਜੀ। ਠੀਕ ਹੈ ਜੀ। ਸੋ ਇਹ ਪ੍ਰੋਸੈਸ ਹੈ। ਹੁਣ ਅਗਰ ਭਗਵੰਤ ਮਾਨ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਉਸ ਚੀਜ਼ ਨੂੰ ਆਡਿਟ ਕਰਕੇ ਇਹ ਪਤਾ ਲਗਾਵਾਂਗੇ ਕਿ ਕਿੱਥੇ ਗਿਆ, ਕਿੱਥੇ, ਠੀਕ ਹੈ ਜੀ, ਉਹ ਸਭ ਨੂੰ ਪਤਾ ਹੈ। ਪਰ ਜਵੰਦਰ ਸਾਹਿਬ ਇੱਕ ਗੱਲ ਤਾਂ ਬਿਲਕੁਲ ਤੁਸੀਂ ਕਹਿੰਦੇ ਹੋ ਨਾ, ਇਹ ਤਾਂ ਗੱਲ ਸੱਚੀ ਆ ਨਾ, ਮਤਲਬ ਤੁਸੀਂ ਸੋਚ ਕੇ ਦੇਖੋ ਜਵੰਦਰ ਸਾਹਿਬ, ਜਦੋਂ ਇੱਕ ਕੋਈ ਨਾ ਅਹੁਦੇ ਤੇ ਆ ਜਾਂਦਾ ਹੈ, ਰਾਜਨੀਤਿਕ ਲੋਕ ਆ ਜਾਂ ਦੂਸਰਾ, ਤੁਸੀਂ ਦੇਖੋ ਕਿੰਨਾ ਫਰਕ ਪਿਆ ਜੀ, ਕਿੱਥੇ ਕਿੱਥੇ ਜ਼ਮੀਨਾਂ ਦੁਨੀਆ ਦੇ ਕੋਨੇ ਦੇ ਵਿੱਚ, ਕਿੱਥੇ ਕਿੱਥੇ ਕਿੰਨੀਆਂ ਦੂਸਰੇ ਸੂਬਿਆਂ ਤੇ ਜਾ ਕੇ ਜ਼ਮੀਨਾਂ ਜੀ ਇਹਨਾਂ ਨੇ ਲਈਆਂ, ਹਨਾ। ਮੈਂ ਉਹ ਲੋਕਾਂ ਨੂੰ ਜਾਣਦਾ ਜਿਨ੍ਹਾਂ ਕੋਲੇ ਨਾ, ਜਿਨ੍ਹਾਂ ਨੇ ਪਹਿਲਾਂ ਵੀ ਕੁਝ ਨਹੀਂ ਕੀਤਾ ਜੀ, ਉਦੋਂ ਚਮਚਾਗਿਰੀਆਂ ਕੀਤੀਆਂ ਸੀ ਲੀਡਰਾਂ ਦੀਆਂ ਜੀ, ਔਰ ਉਹਨਾਂ ਦੇ ਮਹਿਲ, ਪਤਾ ਨਹੀਂ ਕਿੰਨੀਆਂ ਜ਼ਮੀਨਾਂ ਬਣਾਈਆਂ ਜਵੰਦਰ ਸਾਹਿਬ, ਮਤਲਬ ਸੋਚ ਵੀ ਨਹੀਂ ਸਕਦੇ ਜੀ। ਤੁਸੀਂ ਉਹਨਾਂ ਅਫਰੀਕਨ ਕੰਟਰੀਜ਼ ਦਾ ਨਾਮ ਹੀ ਨਹੀਂ ਸੁਣਿਆ ਹੋਏਗਾ ਜਿੱਥੇ ਜਾ ਕੇ ਜ਼ਮੀਨਾਂ ਖਰੀਦੀਆਂ ਗਈਆਂ ਨੇ, ਠੀਕ ਹੈ ਜੀ। ਬਰਕੀਨਾ ਫਾਸੋ, ਖਾਣਾ, ਫਿਰ ਈਸਟ ਅਫਰੀਕਾ, ਲਾਇਬੇਰੀਆ ਤੱਕ ਲੋਕੀ ਦੱਸਦੇ, ਟੰਜ਼ਾਨੀਆ ਤੱਕ, ਹਨਾ, ਉਹਨਾਂ ਕੰਟਰੀ 'ਚ ਜਾ ਕੇ ਜ਼ਮੀਨਾਂ ਖਰੀਦੀਆਂ ਨੇ। ਔਰ ਆਪਾਂ ਨਾਰਮਲੀ ਗੱਲ ਕਰਦੇ ਹਾਂ ਜੀ ਕਿ ਸਵਿਸ ਬੈਂਕ 'ਚ ਖਾਤੇ ਹੈ ਜੀ, ਉਹਦੇ ਕਾਫੀ ਚਰਚਾ ਹੁੰਦਾ ਰਿਹਾ, ਲੇਕਿਨ ਇਹ ਜਿਹੜੀਆਂ ਜ਼ਮੀਨਾਂ ਖਰੀਦੀਆਂ, ਜਿਹੜੀਆਂ ਪ੍ਰਾਪਰਟੀਜ਼ ਬਾਈ ਕੀਤੀਆਂ ਨੇ, ਅਗਰ ਇਹਨਾਂ ਦੀ ਜਾਂਚ ਹੋਏ ਤੇ ਬਹੁਤ ਕੁਝ ਨਿਕਲ ਸਕਦਾ ਜੀ, ਠੀਕ ਹੈ। ਨਿਕਲਣਾ ਚਾਹੀਦਾ ਜਵੰਦਰ ਸਾਹਿਬ, ਇਹ ਤਾਂ ਸੱਚੀ ਲੋਕਾਂ ਦੀ ਖੂਨ, ਮਤਲਬ ਜਵੰਦਰ ਸਾਹਿਬ ਆਪਾਂ ਆ ਗਏ, ਬਹੁਤ ਸੋਹਣਾ ਮੁਲਕ ਆ, ਬੜਾ ਕੁਛ ਆਪਾਂ ਨੂੰ ਇਸ ਮੁਲਕ ਨੇ ਦਿੱਤਾ ਹੈ, ਹਨਾ। ਪਰ ਕਦੇ ਨਾ ਕਦੇ ਜਦੋਂ ਕਦੇ ਬੈਠੀ ਨਾ, ਜੋ ਕੁਛ ਸਾਡੇ ਪੰਜਾਬ 'ਚ ਆ ਨਾ ਜਵੰਦਰ ਸਾਹਿਬ, ਪੰਜਾਬ ਦੀ ਧਰਤੀ ਦੇ ਵਿੱਚ ਆ, ਪੰਜਾਬ ਦੇ ਲੋਕਾਂ ਦੇ ਵਿੱਚ ਆ, ਹਨਾ। ਸੋ ਜਿੱਥੇ ਮਰਜ਼ੀ ਜਾਵੜੋ,
ਐਕਚੁਅਲ ਦੇ ਵਿੱਚ ਕਿਤੇ ਉੱਥੇ ਦਾ ਹੋ ਜੀ ਨਾ ਸਭ ਕੁਝ ਠੀਕ, ਅੱਜ ਵੀ ਇੰਨੇ ਲੁੱਟਣ ਦੇ ਬਾਵਜੂਦ ਵੀ ਜਵੰਦਾ ਸਾਹਿਬ ਫਿਰ ਵੀ ਉਹ ਮੁਲਕ ਆ ਨਾ ਜਿਹੜਾ ਪੰਜਾਬ ਆਪਣਾ ਇੰਡੀਆ ਦੇ ਵਿੱਚ ਜਿਹੜਾ ਸੂਬਾ ਹੈਗਾ ਨਾ, ਉਹਦੇ ਵਰਗਾ ਮੈਨੂੰ ਲੱਗਦਾ ਖੁਸ਼ਹਾਲ ਕੋਈ ਵੀ ਨਹੀਂ ਹੋਊਗਾ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ, ਤੇ ਐਗਰੀ ਕਰਦਾ ਤੁਹਾਡੇ ਨਾਲ, ਪਰ ਮੈਂ ਇੱਕ ਗੱਲ ਕਹੂੰਗਾ ਕਿ ਚੈਲੰਜ ਬਹੁਤ ਜ਼ਿਆਦਾ ਨੇ ਔਰ ਭਗਵੰਤ ਮਾਨ ਸਾਹਿਬ ਨੂੰ ਆਪਣਾ ਮੈਂਟਲ ਬੈਲੈਂਸ ਵੀ ਬਣਾ ਕੇ ਰੱਖਣਾ ਚਾਹੀਦਾ ਹੈ। ਜਿਹੜੇ ਦੋਸ਼ ਲੱਗਦੇ ਆ ਭਈ ਪਿਛਲੇ ਦਿਨਾਂ 'ਚ ਲੱਗੇ ਆ ਜੀ ਕਿ ਸ਼ਰਾਬ ਪੀਤੀ ਹੈ ਜਾਂ ਹੋਰ ਚੀਜ਼ਾਂ, ਉਹਨਾਂ ਬਾਰੇ ਬਹੁਤ ਕੇਅਰਫੁਲ ਹੋਣ ਦੀ ਲੋੜ ਹੈ ਜੀ, ਕਿਉਂਕਿ ਜਿਹੜੀ ਕੁਝ ਲੋਕ ਤੁਹਾਨੂੰ ਗਲਤੀ ਕਰਨ ਦਿੰਦੇ ਆ, ਤੁਹਾਡੀ ਗਲਤੀ ਤੇ ਮੋੜਦੇ ਨਹੀਂ ਹੈ। ਜਿਸ ਤਰ੍ਹਾਂ ਮਾਸਟਰ ਸਵਰਨ ਸਿੰਘ ਦੀ ਗੱਲ ਕੀਤੀ ਹੈ, ਅਗਰ ਉਹ ਕਹਿੰਦਾ ਕੋਈ ਨਹੀਂ ਪੁੱਤਰਾ ਕਰ ਜਾ ਤੂੰ, ਕੋਈ ਗੱਲ ਨਹੀਂ, ਤੂੰ ਮੈਨੂੰ ਮਾੜਾ ਮੋਟਾ ਵਿੱਚੋਂ ਹਿੱਸਾ ਦੇ ਦੀ ਤੂੰ, ਠੀਕ ਹੈ, ਕੋਈ ਰੋਕਦੇ ਨਹੀਂ ਤੁਹਾਨੂੰ। ਤੇ ਭਗਵੰਤ ਮਾਨ ਜੀ ਨੂੰ ਇਹ ਚੀਜ਼ ਵੀ ਦਿਮਾਗ 'ਚ ਰੱਖਣੀ ਚਾਹੀਦੀ ਹੈ ਕਿ ਕੌਣ ਬੰਦਾ ਗਲਤੀਆਂ ਇਗਨੋਰ ਕਰ ਰਿਹਾ, ਕਿਉਂ ਕਰ ਰਿਹਾ, ਔਰ ਫਿਊਚਰ 'ਚ ਜਿਹੜਾ ਇੰਡੀਆ ਦੀ ਪੋਲਿਟਿਕਸ 'ਚ ਬਹੁਤ ਵਾਰੀ ਹੋਇਆ ਜੀ ਕਿ ਤੁਹਾਨੂੰ ਗਲਤੀਆਂ ਕਰਨ ਦਿੱਤੀਆਂ ਗਈਆਂ ਨੇ, ਔਰ ਜਦੋਂ ਤੁਹਾਨੂੰ ਇੱਕਦਮ ਹੀ ਤੁਹਾਨੂੰ ਡਿਸੀਜਨ ਦਿੱਤਾ ਕਿ ਤੁਹਾਡੀ ਆਹ ਗਲਤੀ ਕਰਕੇ ਤੁਹਾਨੂੰ ਬਦਲਿਆ ਜਾ ਰਿਹਾ, ਠੀਕ ਹੈ ਜੀ, ਆਪਣੇ ਮਤਲਬ ਦਾ ਬੰਦਾ ਲਿਆ ਕੇ ਇੱਥੇ। ਸੋ ਇਹ ਚੀਜ਼ਾਂ ਬਾਰੇ ਬਹੁਤ ਕੇਅਰਫੁਲ ਹੋਣ ਦੀ ਲੋੜ ਹੈ ਜੇ ਸਰਕਾਰ ਆਈ ਹੈ। ਔਰ ਜਿਹੜੇ 90-93 ਬੰਦੇ ਸਿਲੈਕਟ ਕੀਤੇ ਆ, ਜਾਂ ਤੇ ਉਹ ਪਤਾ ਨਹੀਂ ਮੇਰੇ ਖਿਆਲ 'ਚ ਡਰੇ ਹੋਏ ਆ, ਉਹਨਾਂ ਨੇ ਕਦੀ ਸੈਂਸਿਟਿਵ ਇਸ਼ੂਜ਼ ਤੇ ਕਦੀ ਕੋਈ ਸਟੇਟਮੈਂਟ ਦਿੱਤੀ ਨਹੀਂ ਹੈ, ਠੀਕ ਹੈ ਜੀ, ਜਾਂ ਉਹਨਾਂ ਨੂੰ ਪਾਰਟੀ ਦਾ ਜ਼ਾਬਤਾ ਜਿਹੜਾ ਉਹ ਉਹਨਾਂ ਨੂੰ ਰੋਕ ਕੇ ਰੱਖਦਾ ਹੈ। ਪਰ ਇਹ ਹੈ ਵੀ ਇਕੱਠੇ ਹੋ ਕੇ ਜਿੱਥੇ ਵੀ ਪੰਜਾਬ ਨਾਲ ਧੱਕਾ ਹੁੰਦਾ ਹੈ, ਜਿੱਥੇ ਵੀ, ਚਾਹੇ ਚੰਡੀਗੜ੍ਹ ਦਾ ਮਸਲਾ ਹੈ, ਚਾਹੇ ਚੰਡੀਗੜ੍ਹ 'ਚ ਇੰਪਲੋਇਮੈਂਟ ਦਾ ਮਸਲਾ ਹੈ, ਚਾਹੇ ਚੰਡੀਗੜ੍ਹ ਦੇ ਕੰਟਰੋਲ ਦਾ ਮਸਲਾ ਹੈ ਜੀ, ਜ਼ਰੂਰ ਇੱਕਮਠ ਹੋ ਕੇ ਬੋਲਣ ਦੀ ਲੋੜ ਹੈ ਜੀ। ਬਾਕੀ ਜਿਨ੍ਹਾਂ ਲੋਕਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਉਹ ਗੱਲ ਕਰਦੇ ਆ, ਉਹਨਾਂ ਨੇ ਕਰਦੇ ਹੀ ਰਹਿਣਾ ਜੀ। ਚਲੋ ਸਾਹਿਬ, ਅੱਧਾ ਮਿੰਟ ਹੀ ਮੈਂ ਢੀਂਡਸਾ ਸਾਹਿਬ ਨੂੰ ਆਨ ਏਅਰ ਕਰ ਲਾਂ, ਅੱਧਾ ਮਿੰਟ ਹੀ ਸਮਾਂ ਹੈ ਨਹੀਂਗਾ। ਢੀਂਡਸਾ ਸਾਹਿਬ ਮਿੰਟ ਆਪਣੇ ਕੋਲੇ ਇੱਕ ਕੀ ਹੈ ਸਾਰਾ ਟੋਟਲ ਜੀ ਆਇਆਂ ਨੂੰ। ਜਵੰਦਰ ਸਾਹਿਬ, ਇਹ ਲੋਕੀ ਜਿਹੜੇ ਭਗਵੰਤ ਮਾਨ ਤੋਂ ਹੁਣ ਪੁੱਛ ਰਹੇ ਆ ਕਿ ਇਹ ਕਿੱਦਾਂ ਚੜਿਆ ਇੰਨਾ, ਤੇ ਤੂੰ ਕੌਣ ਹੈ ਪੁੱਛਣ ਵਾਲਾ, ਇਹਨਾਂ ਨੂੰ ਇਹ ਪੁੱਛੋ ਇੱਥੇ ਇਹਨਾਂ ਦੇ ਕਿੰਨੀ ਕੁ ਜਾਇਦਾਦ ਇਹਨਾਂ ਦੀ ਬਰਾੜ ਸਾਹਿਬ ਦੱਸ ਸਕਦੇ ਆ। ਬਰਾੜ ਸਾਹਿਬ ਕੋਲ ਲਿਸਟ ਹੋਣੀ ਆ, ਬਰਾੜ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਆ ਇਹ, ਤੇ ਬਰਾੜ ਸਾਹਿਬ ਇਹਨਾਂ ਲੋਕਾਂ ਨੂੰ ਨੰਗਿਆ ਕਰੋ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਵੀ ਕੁਝ ਅਸਲੀਅਤ ਦਾ ਪਤਾ ਲੱਗ ਸਕੇ। ਧੰਨਵਾਦ ਜੀ, ਸੱਚੀ ਮੈਂ ਤਾਂ ਜਵੰਦਾ ਸਾਹਿਬ ਡਰਦਾ ਹਾਂ, ਸਹੀ ਨੂੰ ਆਪਦਾ ਮਾਸ ਬਚਾਉਣਾ ਪੈਂਦਾ ਇਹਨਾਂ ਲੋਕਾਂ ਤੋਂ, ਕਈ ਵਾਰ ਕਹਿ ਜਾਈਦਾ ਬੜੇ ਬਦਮਾਸ਼ ਬੰਦੇ ਆ ਇਹ, ਡਰ ਸੱਚੀ ਮੁੱਚੀ ਡਰ ਆਉਂਦਾ ਇਹੋ ਜਿਹੇ ਬੰਦਿਆਂ ਤੋਂ। ਜਵੰਦਾ ਸਾਹਿਬ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ। ਤੇ ਫੋਨ ਨੰਬਰ ਇੱਕ ਵਾਰੀ ਆਪਣੇ ਜ਼ਬਾਨੀ ਤੇ ਜ਼ਰੂਰ ਮੈਂ ਦੋਸਤੋ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਤੁਸੀਂ ਵਿਨੀਪੈਗ ਸ਼ਹਿਰ 'ਚ ਰਹਿੰਦੇ ਹੋ ਜਾਂ ਜ਼ਰੂਰ ਤੁਸੀਂ ਸੋਚ ਰਹੇ ਹੋ ਜਵੰਦਾ ਸਾਹਿਬ ਨਾਲ ਗੱਲਬਾਤ ਕਰਨੀ, ਐਜ ਏ ਪ੍ਰੋਫੈਸ਼ਨਲ, ਜੇ ਇਹਨਾਂ ਤੋਂ ਕੋਈ ਸੇਵਾਵਾਂ ਲੈਣੀਆਂ ਤੁਸੀਂ ਰੀਅਲ ਸਟੇਟ ਸੰਬੰਧ ਵਿੱਚ, ਜਾਂ ਕੋਈ ਆਪਣੀ ਕਹਾਣੀ ਚਾਹੁੰਦੇ ਹੋ ਕਿ ਕਲਮਬੰਦ ਕਰਨ, ਕਿਉਂਕਿ ਇੱਕ ਤਰੀਕਾ ਹੁੰਦਾ ਉਹਨੂੰ ਕਲਮਬੰਦ ਕਰਨ ਦਾ, ਹੈ ਨਾ, ਲਿਖਣ ਦਾ, ਤੇ ਜਿਹਦੇ ਨਾਲ ਆਪਾਂ ਨੂੰ ਕੁਝ ਸਿੱਖਣ ਨੂੰ ਮਿਲ ਸਕੇ, ਜ਼ਰੂਰ ਤੁਸੀਂ ਕਾਲ ਕਰੋ। ਬਹੁਤ ਮਿਹਰਬਾਨੀ ਜਵੰਦਾ ਸਾਹਿਬ, ਅਗਲੇ ਵੀਰਵਾਰ ਫਿਰ ਗੱਲ ਕਰਾਂਗੇ। ਸ਼ੁਕਰੀਆ, ਧੰਨਵਾਦ ਜੀ। ਸੋ ਇਹ ਸੀ ਜੀ ਹਰਪ੍ਰੀਤ ਜਵੰਦਾ ਸਾਹਿਬ ਵਿਨੀਪੈਗ ਸ਼ਹਿਰ ਤੋਂ, ਇਹਨਾਂ ਨਾਲ ਗੱਲਬਾਤ ਕੀਤੀ ਜੀ। ਤੇ ਹੁਣ ਸਮਾਂ ਸਮਾਪਤ ਆ। ਆਲ ਲਿੰਕ ਟਰੈਵਲ ਆ ਜੀ ਆਪਣਾ, 에ਅਰਪੋਰਟ ਕੁਈਨ ਸਟਰੀਟ ਤੇ। ਕੋਈ ਇਹ ਟਿਕਟ ਦੇ ਸੰਬੰਧ ਵਿੱਚ ਤੁਹਾਨੂੰ ਕੋਈ ਸੇਵਾਵਾਂ ਚਾਹੀਦੀਆਂ 905 458 52 52, ਜਾਂ ਰੀਅਲ ਸਟੇਟ ਦੇ ਵਿੱਚ ਟੀਮ ਸੇਖੋ ਐਂਡ ਬਰਾੜ ਅਸੀਂ ਰਲ ਕੇ ਕੰਮ ਕਰਦੇ ਹਾਂ। ਡਾਇਨਾਮਿਕ ਐਜ ਰਿਐਲਿਟੀ ਬ੍ਰੋਕਰੇਜ ਆ ਸਾਡੀ, ਤੇ ਇੱਕ ਬੜੀ ਸੋਹਣੀ ਪ੍ਰਾਪਰਟੀ ਸਾਡੇ ਕੋਲ ਹੈਗੀ ਹੈ। ਫਸਟ ਟਾਈਮ ਕਿਸੇ ਨੇ ਘਰ ਲੈਣਾ ਨਾ, ਵਾਜਬ ਰੇਟ ਤੇ ਤੁਹਾਨੂੰ ਮਿਲ ਸਕਦਾ ਹੈ। 3 ਬੈਡਰੂਮ, 2 ਵਾਸ਼ਰੂਮ ਉੱਪਰ, 1 ਪਾਊਡਰ ਰੂਮ ਤੇ 1 ਬੇਸਮੈਂਟ, ਸੈਪਰੇਟ ਐਂਟਰੈਂਸ। ਪਹਿਲੀ ਵਾਰ ਘਰ ਖਰੀਦਣਾ ਤੁਹਾਡੇ ਲਈ ਬਹੁਤ ਵਧੀਆ ਸਾਂਭਿਆ ਹੋਇਆ ਘਰ, ਔਰ ਪੂਰੀ ਵਧੀਆ ਲੋਕੇਸ਼ਨ ਹੈਗੀ ਆ, ਅਫੋਰਡ ਤੁਸੀਂ ਸੌਖੇ ਤਰੀਕੇ ਨਾਲ ਕਰ ਸਕਦੇ ਹੋ। ਫਸਟ ਟਾਈਮ ਘਰ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਸ਼ਬਦਾਂ ਦੀ ਚੋਣ ਵਿੱਚ ਕਿਤੇ ਕੋਈ ਗਲਤੀ ਹੋ ਗਈ, ਮਾਫੀ ਜੀ। ਪ੍ਰੋਗਰਾਮ ਦੇਖਣ ਲਈ, ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।